ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਣਿਜੈ। ਤਿਰਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਾਤ੍ਰਣ ਕਹਿਤ। ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ। ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਚਾ ਸਾਹਿਬ ਗੁਰਮੁਖ ਜਾਪੈ। ਪੂਰੇ ਗੁਰ ਕੈ ਸ਼ਬਦ ਸੰਜਾਪੈ। ਜਿਨ ਪੀਆ ਸਈ ਤ੍ਰਿਪਤਾਸੇ। ਸੱਚੇ ਸੱਚ ਅਗਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੈ। ਪੂਰੇ ਗੁਰ ਕੈ ਸ਼ਬਦ ਸਿੰਜਾਪੈ। ਜਿਨ ਪੀਆ ਸਈ ਤ੍ਰਿਪਤਾਸੇ। ਸੱਚੇ ਸੱਚ ਅਗਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ। ਮੇਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗ ਜੁਗ ਅਟਲ ਚੌਬਰ ਛਤਰ ਤਖਤ ਦੇ ਮਾਲਕ ਦੀਨਾ ਬੰਧੂ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਸਾਧ ਸੰਗਤ ਜੀ, ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਦਰਬਾਰ ਵਿੱਚ ਹੋਈ। ਰਾਜਾ ਸਾਹਿਬ ਜੀ ਦੇ ਪਾਠ ਪ੍ਰਤ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਪਾਵਨ ਪਿੱਤਰ ਗੁਰੂ ਸਾਹਿਬ ਜੀ ਦੇ ਜੋ ਬਚਨ ਕੀਰਤਨ ਦੇ ਰੂਪ ਵਿੱਚ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤੇ, ਆਪਣਾ ਸਮਾਂ ਸਫਲਾ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਕਥਾ ਗੁਰੂ ਘਰ ਵਿੱਚ ਪ੍ਰਾਰੰਭ ਹੈ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਓ ਮਾਨਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਬਚਨਾਂ ਦੀ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ। ਸਾਚਾ ਸਾਹਿਬ ਗੁਰਮੁਖ ਜਾਪੈ। ਗੁਰਮੁਖ ਸਾਧ ਸੰਗਤ ਜੀ ਜਿਹੜੇ ਆ ਉਸ ਸੱਚੇ ਸਾਹਿਬ ਨੂੰ ਜਪਦੇ ਆ, ਉਹਨੂੰ ਚੇਤੇ ਕਰਦੇ ਨੇ। ਗੁਰਮੁਖਾਂ ਦਾ ਇਹ ਸੁਭਾਅ ਹੁੰਦਾ ਸਾਧ ਸੰਗਤ ਜੀ, ਜਿੱਥੇ ਮਿਲ ਕੇ ਬੈਠਣਗੇ ਗੱਲ ਪ੍ਰਮਾਤਮਾ ਦੀ ਕਰਨਗੇ। ਆਮ ਬੰਦੇ ਦੋ ਚਾਰ ਇਕੱਠੇ ਹੋ ਜਾਣ ਤੇ ਕਿਸੇ ਵੀ ਉਸ ਬੰਦੇ ਦੀ ਗੱਲ ਸ਼ੁਰੂ ਕਰ ਲੈਣਗੇ ਜਿਹੜਾ ਵਿੱਚ ਨਹੀਂ, ਤੇ ਫਿਰ ਅੱਧਾ ਘੰਟਾ ਪੌਣਾ ਘੰਟਾ 2 ਘੰਟੇ ਭਾਵੇਂ 3 ਘੰਟੇ ਲੰਘ ਜਾਣ, ਬੜਾ ਸੌਖਾ ਟਾਈਮ ਲੰਘ ਜਾਂਦਾ ਕਿਸੇ ਵੀ ਉਸ ਬੰਦੇ ਨੂੰ ਗੱਲਾਂ 'ਚ ਪਾ ਲੈਣਾ ਜਿਹੜਾ ਉੱਥੇ ਨਾ ਹੋਵੇ। ਪਰ ਜਦੋਂ ਦੋ ਗੁਰਮੁਖ ਮਿਲਣਗੇ ਸਾਧ ਸੰਗਤ ਜੀ, ਉਹਨਾਂ ਦੀ ਨਿਸ਼ਾਨੀਆਂ ਉਹ ਗੱਲ ਹੀ ਗੁਰੂ ਦੀ ਕਰਨਗੇ, ਪ੍ਰਮਾਤਮਾ ਦੀ, ਅਧਿਆਤਮ ਦੀ, ਉਹ ਬ੍ਰਹਮ ਚਰਚਾ ਸਾਧ ਸੰਗਤ ਜੀ ਛੇੜਨਗੇ। ਇਹ ਉਹਨਾਂ ਦੀ ਨਿਸ਼ਾਨੀ ਹੈ। ਕਹਿੰਦੇ ਜਦੋਂ ਗੁਰਮੁਖ ਹੈ, ਗੁਰਮੁਖ ਨੂੰ ਮਿਲਦਾ ਤੇ ਸਾਧ ਸੰਗਤ ਜੀ ਉਹ ਪ੍ਰਮਾਤਮਾ ਦਾ ਜਾਪ ਕਰਦਾ, ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਪੂਰੇ ਗੁਰ ਕੈ ਸ਼ਬਦ ਸਿੰਜਾਪੈ। ਪੂਰੇ ਗੁਰੂ ਦੇ ਸ਼ਬਦ ਦੁਆਰਾ ਸਾਧ ਸੰਗਤ ਜੀ ਉਹ ਪ੍ਰਮਾਤਮਾ ਦੀ ਪਛਾਣ ਬਣਾਉਂਦਾ। ਸਿੰਜਾਪੈ ਦਾ ਅਰਥ ਹੈ ਪਛਾਣਨਾ, ਸਿਆਣ ਕਰ ਲੈਣੀ। ਸ਼ਬਦ ਆ ਜਿਹੜਾ ਸਾਧ ਸੰਗਤ ਜੀ ਪ੍ਰਮਾਤਮਾ ਦੀ ਪਛਾਣ ਸਾਨੂੰ ਕਰਵਾ ਦਿੰਦਾ। ਉਵੇਂ ਤਾਂ ਪ੍ਰਮਾਤਮਾ ਹੁਣ ਵੀ ਸਭ ਥਾਵਾਂ ਤੇ ਹੀ ਹੈ, ਸਾਡੇ ਅੰਦਰ ਵੀ ਆ, ਪਰ ਪਛਾਣ ਸਾਨੂੰ ਕੋਈ ਨਹੀਂ।
ਅਜੇ ਸਾਡਾ ਕੋਈ ਉਹਦੇ ਨਾਲ ਸਾਧ ਸੰਗਤ ਜੀ ਸੰਬੰਧ ਨਹੀਂ ਬਣਿਆ, ਕੋਈ ਤਾਰ ਨਹੀਂ ਜੁੜੀ, ਕੋਈ ਤਾਲਮੇਲ ਬਣਿਆ ਨਹੀਂ। ਗੁਰੂ ਦੇ ਸ਼ਬਦ ਦੁਆਰਾ ਸਾਧ ਸੰਗਤ ਜੀ ਉਸ ਪ੍ਰਮਾਤਮਾ ਦੀ ਪਛਾਣ ਆ ਜਾਂਦੀ ਹੈ। ਇਹ ਕਿਰਪਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਕਰਦੇ ਆ, ਕਿਉਂਕਿ ਪ੍ਰਮਾਤਮਾ ਦੀ ਵਡਿਆਈ ਦੇ ਬਚਨ ਸੀ। ਮਾਝ ਮਹੱਲਾ ਪੰਜਵਾ, ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਝਾ ਰੱਖਿਆ। ਉਸ ਗੁੱਝੇ ਨੂੰ ਪ੍ਰਗਟ ਕਿਵੇਂ ਕਰਨਾ? ਉਹ ਜਿਹੜਾ ਨਾਮ ਲਿਖਿਆ ਜਾਣ ਵਾਲਾ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਹੈ, ਉਹਦੀ ਪਛਾਣ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਸਾਧ ਸੰਗਤ ਜੀ ਹੁੰਦੀ ਹੈ। ਜਿਹੜੇ ਸ਼ਬਦ ਦਾ ਅਭਿਆਸ ਕਰਦੇ ਆ ਨਾ, ਜਿਹੜੇ ਅਨੁਭਵ ਹੁੰਦੇ ਸਾਧ ਸੰਗਤ ਜੀ ਅਭਿਆਸੀਆਂ ਨੂੰ ਵੱਖਰੇ ਵੱਖਰੇ ਹੁੰਦੇ ਆ। ਕਿਸੇ ਨੂੰ ਅਭਿਆਸ ਕਰਦੇ ਆ ਕੋਈ ਅਨੁਭਵ ਹੋਵੇਗਾ, ਕਿਸੇ ਨੂੰ ਕੋਈ ਅਨੁਭਵ ਹੋਵੇਗਾ। ਅਨੁਭਵ ਤਾਂ ਨਹੀਂ ਇੱਕ ਦੂਜੇ ਨਾਲ ਰਲਦੇ, ਪਰ ਇੱਕ ਗੱਲ ਦੀ ਉਹਨਾਂ ਦੀ ਸਾਂਝ ਹੁੰਦੀ ਵੀ ਜਿਵੇਂ ਜਿਵੇਂ ਬੰਦਾ ਅਭਿਆਸ ਕਰੀ ਜਾਵੇ ਤਿਵੇਂ ਤੇ ਉਹਨੂੰ ਪਤਾ ਲੱਗਦਾ ਵੀ ਇਹ ਬਹੁਤ ਵੱਡੀ ਕਲਾ ਸੀ। ਮੈਂ ਤਾਂ ਇੰਨੀ ਕਲਪਨਾ ਵੀ ਨਹੀਂ ਸੀ ਕੀਤੀ ਜਿੰਨੀ ਇਹਦੇ ਵਿੱਚ ਤਾਕਤ ਆ, ਜਿੰਨੀ ਇਸ ਨਾਮ ਦੀ ਕਲਾ ਵਰਤਦੀ ਆ। ਹੁਣ ਇਹ ਸਾਧ ਸੰਗਤ ਜੀ ਗੁਰਮੁਖਾਂ ਨੇ ਜ਼ਿਕਰ ਕੀਤਾ ਸੀ ਭਾਈ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ, ਤੇ ਪਰਿਵਾਰ ਵੱਲੋਂ ਸਾਧ ਸੰਗਤ ਜੀ ਮਾਤਾ ਜੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਬਾਬਾ ਦੀਪ ਸਿੰਘ ਜੀ ਉਹ ਸਾਧ ਸੰਗਤ ਜੀ ਮਹਾਨ ਹਸਤੀ ਹੈ ਜਿਨ੍ਹਾਂ ਦਾ ਨਾਂ ਰਸਨਾ ਤੇ ਆਉਂਦਿਆਂ ਮਨ ਸ਼ਰਧਾ ਨਾਲ ਭਰ ਜਾਂਦਾ ਤੇ ਸੀਸ ਝੁਕ ਜਾਂਦਾ ਆਪਣੇ ਆਪ ਉਹਨਾਂ ਦੇ ਚਰਨਾਂ ਉੱਤੇ, ਕਿਉਂਕਿ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਭਗਤੀ, ਉਹ ਭਗਤੀ ਤੇ ਸ਼ਕਤੀ ਦਾ ਸੁਮੇਲ ਨੇ। ਬਾਬਾ ਦੀਪ ਸਿੰਘ ਜੀ ਦਾ ਜਨਮ ਸਾਧ ਸੰਗਤ ਜੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿੰਡ ਪਹੂਵਿੰਡ ਹੋਇਆ। 17 ਸਾਲ ਦੇ ਸਨ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ ਲੈ ਕੇ ਉਹਨਾਂ ਨੂੰ ਮਾਤਾ ਪਿਤਾ ਜੀ ਗਏ, ਮਹਾਰਾਜ ਦੇ ਦਰਸ਼ਨ ਕੀਤੇ ਤੇ ਹਿਰਦੇ ਨੂੰ ਠੰਡ ਪਈ। ਉੱਥੇ ਫਿਰ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਛਕਿਆ, ਉਹਨਾਂ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। 4 ਸਾਲ ਲਗਾਤਾਰ ਮਹਾਰਾਜ ਜੀ ਨੇ ਸਿਮਰਨ ਅਭਿਆਸ ਉਹਨਾਂ ਨੂੰ ਸਾਧ ਸੰਗਤ ਜੀ ਕਰਵਾਇਆ। ਫਿਰ ਮਹਾਰਾਜ ਦੇ ਨਾਲ ਰਹਿ ਕੇ ਬੇਅੰਤ ਸੇਵਾ ਕੀਤੀ, ਇੱਥੋਂ ਤੱਕ ਕਿ ਦਮਦਮੇ ਸਾਹਿਬ ਦੀ ਧਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਸਰੂਪ ਲਿਖਵਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ, ਲਿਖਾਰੀ ਭਾਈ ਮਨੀ ਸਿੰਘ ਜੀ ਸਨ, ਪਰ ਸਾਧ ਸੰਗਤ ਜੀ ਸਿਆਹੀ ਦੀ ਤੇ ਜਿਹੜੀ ਕਲਮਾਂ ਦੀ ਸੇਵਾ ਕੀਤੀ ਉਹ ਬਾਬਾ ਦੀਪ ਸਿੰਘ ਜੀ ਨੇ ਕੀਤੀ। ਰੋਜ਼ ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਲਿਖਣ ਸਾਹਿਬ ਸਰੋਵਰ ਬਣਿਆ, ਹੁਣ ਆਪਾਂ ਜਾਂਦੇ ਦਰਸ਼ਨ ਕਰਨ ਸਾਧ ਸੰਗਤ ਜੀ ਜਾਂਦਿਆਂ ਹੋਇਆਂ ਸੱਜੇ ਹੱਥ ਉੱਥੇ ਤੰਬੂ ਲਾ ਕੇ ਮਹਾਰਾਜ ਨੇ ਗੁਰਬਾਣੀ ਉਚਾਰਨੀ, ਬਾਬਾ ਦੀਪ ਸਿੰਘ ਜੀ ਨੇ ਸਿਆਹੀ ਤੇ ਕਲਮਾਂ ਤਿਆਰ ਕਰਨੀਆਂ ਤੇ ਭਾਈ ਮਨੀ ਸਿੰਘ ਜੀ ਨੇ ਲਿਖਣੀ। ਫਿਰ ਜਿੰਨੀ ਬਾਣੀ ਮਹਾਰਾਜ ਨੇ ਸਵੇਰ ਵੇਲੇ ਲਿਖਵਾ ਦੇਣੀ, ਉਨੀ ਦੀ ਸ਼ਾਮ ਦੇ ਦੀਵਾਨਾਂ ਵਿੱਚ ਕਥਾ ਕਰਨੀ। ਕਥਾ ਸੁਣਨ ਵਾਲਿਆਂ ਵਿੱਚ ਵੀ ਸਭ ਤੋਂ ਮੋਹਰੇ ਬੈਠੇ ਹੋਣਾ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀ ਨੇ, ਭਾਵੇਂ ਹੋਰ ਵੀ ਬਹੁਤ ਸਾਰੇ ਗੁਰਮੁਖ ਸੁਣਦੇ ਸਨ। 10ਵੇਂ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਸਾਧ ਸੰਗਤ ਜੀ ਇੰਨੀ ਸੇਵਾ ਕੀਤੀ। ਫਿਰ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ, ਉਦੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਦਮਦਮੇ ਸਾਹਿਬ ਦੀ ਧਰਤੀ ਉੱਤੇ ਸਾਧ ਸੰਗਤ ਜੀ ਫਿਰ ਇਹ 4 ਸਰੂਪ ਉਹ ਲਿਖੇ ਜਿਹੜੇ ਤਖਤਾਂ ਨੂੰ ਸਾਧ ਸੰਗਤ ਜੀ ਭੇਜੇ ਗਏ, ਤੇ ਉਵੇਂ ਉਹਨਾਂ ਨੇ ਹੋਰ ਵੀ ਸਰੂਪ ਲਿਖੇ, ਗੁਰਬਾਣੀ ਦੀਆਂ ਪੋਥੀਆਂ ਵੀ ਲਿਖੀਆਂ। ਤੇ ਇੱਕ ਸਰੂਪ ਉਹਨਾਂ ਦਾ ਸਾਧ ਸੰਗਤ ਜੀ ਫਾਰਸੀ ਵਿੱਚ ਲਿਖਿਆ ਹੋਇਆ ਵੀ ਲਹਿੰਦੇ ਪੰਜਾਬ ਵਾਲੇ ਪਾਸੇ ਮਿਲਦਾ। ਬਾਬਾ ਦੀਪ ਸਿੰਘ ਜੀ ਦੀ ਵਿਦਵਤਾ ਨੂੰ ਵੀ ਸਾਧ ਸੰਗਤ ਜੀ ਨਮਸਕਾਰ। ਅਖੀਰ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਪਤਾ ਲੱਗਾ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ, ਜਹਾਨ ਖਾਨ ਬਹੁਤ ਸਾਰੀਆਂ ਫੌਜਾਂ ਲੈ ਕੇ ਆਇਆ, ਬਾਬਾ ਦੀਪ ਸਿੰਘ ਜੀ ਨੇ ਉਸ ਵੇਲੇ ਉੱਠ ਕੇ ਸਾਧ ਸੰਗਤ ਜੀ ਇਸ ਬੇਅਦਬੀ ਨੂੰ ਰੋਕਣ ਵਾਸਤੇ ਉਦਮ ਕੀਤਾ ਤੇ ਚਾਲੇ ਪਾਏ ਉੱਥੋਂ। ਜਦੋਂ ਉੱਥੋਂ ਤੁਰੇ ਤੇ ਕੁਝ ਕਿਸੇ ਨੇ ਨਾਲ ਸਨ, ਪਰ ਕਹਿੰਦੇ ਤਰਨਤਾਰਨ ਤੱਕ ਪਹੁੰਚਦਿਆਂ ਜਥਾ 5000 ਦਾ ਹੋ ਗਿਆ। ਤਰਨਤਾਰਨ ਸਰੋਵਰ ਵਿੱਚ ਸਾਧ ਸੰਗਤ ਜੀ ਇਸ਼ਨਾਨ ਕੀਤਾ ਤੇ ਉੱਥੇ ਫਿਰ ਅਰਦਾਸ ਕੀਤੀ। ਅਰਦਾਸ ਕਰਕੇ ਤੇ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ ਨੂੰ ਥੋੜਾ ਅੱਗੇ ਆਣ ਕੇ ਲਕੀਰ ਖਿੱਚ ਦਿੱਤੀ ਖੰਡੇ ਨਾਲ, ਆਖਿਆ ਸੀ ਗੁਰਮੁਖੋ ਦੀ ਫੌਜ ਦੀ ਗਿਣਤੀ ਬਹੁਤੀ ਹੈ, ਤੁਸੀਂ ਆਏ ਜੇ, ਤੁਹਾਡੇ ਸਾਰਿਆਂ ਦੇ ਜਜ਼ਬਾਤ ਜਿਹੜੇ ਆ, ਤੁਹਾਡੇ ਅੰਦਰ ਦੀ ਭਾਵਨਾ, ਉਹਨੂੰ ਨਮਸਕਾਰ ਹੈ, ਪਰ ਇੱਕ ਗੱਲ ਹੁਣ ਚੰਗੀ ਤਰ੍ਹਾਂ ਸੁਣ ਲਿਓ, ਉੱਥੇ ਸ਼ਹੀਦੀ ਪੈਣੀ ਹੈ। ਉਹਨਾਂ ਦੀ ਗਿਣਤੀ ਬਹੁਤੀ ਆ, ਆਪਾਂ ਗਿਣਤੀ ਕਰਕੇ ਘਟਿਆ, ਪਰ ਫਿਰ ਵੀ ਆਪਾਂ ਬੇਅਦਬੀ ਰੋਕਣੀ ਹੈ। ਹੁਣ ਲਕੀਰ ਤੋਂ ਇਸ ਪਾਸੇ ਉਹ ਆਇਓ ਜਿਨ੍ਹਾਂ ਨੇ ਸ਼ਹੀਦ ਹੋਣਾ ਮੰਨ ਲਿਆ, ਜਿਨ੍ਹਾਂ ਮਿਥ ਲਿਆ ਵੀ ਅਸੀਂ ਤਨ ਦੇਵਾਂਗੇ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਲਈ, ਉਹਨਾਂ ਦੇ ਸਥਾਨ ਦੇ ਸਤਿਕਾਰ ਵਾਸਤੇ। ਤੇ ਇੱਕ ਵੀ ਸਾਧ ਸੰਗਤ ਜੀ ਪਿੱਛੇ ਨਹੀਂ ਸੀ ਰਿਹਾ। ਉੱਥੇ ਗੁਰਦੁਆਰਾ ਸਾਧ ਸੰਗਤ ਜੀ ਲਕੀਰ ਸਾਹਿਬ ਬਣਿਆ, ਆਪਾਂ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਜਾਈਏ ਤਾਂ ਉੱਥੇ ਫਿਰ ਸਾਧ ਸੰਗਤ ਜੀ ਜਦੋਂ ਸਾਰਾ ਜਥਾ ਛਾਲ ਮਾਰ ਕੇ ਲੀਕ ਦੇ ਅਗਲੇ ਬੰਨੇ ਆ ਗਿਆ, ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਅਗਵਾਈ ਕੀਤੀ। ਇੱਧਰੋਂ ਜਦੋਂ ਇਹਨਾਂ ਨੂੰ ਪਤਾ ਲੱਗਾ ਜਹਾਨ ਖਾਨ ਨੂੰ ਭਈ ਫੌਜ ਲੈ ਕੇ ਜਥਾ ਆ ਗਿਆ, ਸਿੱਖ ਆ ਗਏ ਆ, ਇਹ ਵੀ ਅੰਮ੍ਰਿਤਸਰੋਂ ਬਾਹਰ ਨਿਕਲੇ ਤੇ ਚੱਬੇ ਦੇ ਮੈਦਾਨ 'ਚ ਸਾਧ ਸੰਗਤ ਜੀ ਆ ਗਏ। ਹੁਣ ਆਪਾਂ ਦਰਸ਼ਨ ਕਰਨ ਜਾਈਏ ਤੇ ਸੜਕ ਦੇ ਉੱਪਰ ਸਥਾਨ ਉਹ ਬਣਿਆ ਹੋਇਆ ਜਿੱਥੇ ਸਭ ਸਾਧ ਸੰਗਤ ਜੀ ਵਹੀਕਲ ਰੋਕੇ ਜਾਂਦੇ ਆ, ਅਦਬ ਸਤਿਕਾਰ ਹੋ ਜਾਏ ਇਹਨਾਂ ਸ਼ਹੀਦਾਂ ਦੇ। ਉੱਥੇ ਪਹਿਲਾਂ ਟਾਕਰਾ ਹੋਇਆ, ਲੋਹੇ ਤੇ ਲੋਹਾ ਖੜਕਿਆ, ਬਹੁਤ ਘਮਸਾਨ ਦਾ ਜੰਗ ਸ਼ੁਰੂ ਹੋਇਆ। ਤੇ ਉਦਵਾਨਪੁਰ ਕਹਿੰਦੇ ਨੇ ਕਿ ਸਾਂਝੇਵਾਲ ਵਿੱਚ ਸਾਧ ਸੰਗਤ ਜੀ ਫਿਰ ਬਾਬਾ ਦੀਪ ਸਿੰਘ ਜੀ ਦਾ ਤੇ ਉਹਦਾ ਸੀਸ ਲੱਥ ਗਿਆ। ਜਦੋਂ ਸੀਸ ਲੱਥਾ, ਜਿਹੜੇ ਅਰਦਾਸ ਕਰਨ ਵੇਲੇ ਕੋਲ ਖੜੇ ਸਨ ਸਾਧ ਸੰਗਤ ਜੀ, ਉਹਨਾਂ ਚੋਂ ਇੱਕ ਸਿੰਘ ਨੇ ਆਖਿਆ ਵੀ ਬਾਬਾ ਜੀ ਤੁਸੀਂ ਤੇ ਅਰਦਾਸ ਕੀਤੀ ਸੀ ਵੀ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਫਿਰ ਤਨ ਦਾ ਬਲੀਦਾਨ ਦੇਣਾ, ਇੱਥੇ ਹੀ ਰਹਿ ਗਏ ਜੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉੱਠੇ,
ਉਹਨਾਂ ਨੇ ਸਿਰ ਆਪਣਾ ਖੱਬੀ ਤਲੀ ਤੇ ਟਿਕਾਇਆ, ਖੰਡਾ ਜਿਵੇਂ ਪਹਿਲਾਂ ਸੱਜਿਆ ਸੀ ਇਸੇ ਤਰ੍ਹਾਂ ਖੰਡਾ ਫੜ ਕੇ ਸਾਧ ਸੰਗਤ ਜੀ ਫੇਰਨਾ ਸ਼ੁਰੂ ਕੀਤਾ ਤੇ ਲੱਥੇ ਸਿਰ ਤੋਂ ਬਾਬੇ ਦੀਪ ਸਿੰਘ ਨੂੰ ਲੜਦੇ ਆਉਂਦਿਆਂ ਦੇਖ ਕੇ ਫੌਜ ਵਿੱਚ ਭਾਜੜ ਪਈ। ਨੱਠ ਕੇ ਸਾਧ ਸੰਗਤ ਜੀ ਉਹ ਹਰਿਮੰਦਰ ਸਾਹਿਬ ਪਰਿਕਰਮਾ 'ਚ ਲਿਆ ਕੇ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ ਸੀਸ ਆਪਣਾ ਰੱਖ ਕੇ ਨਮਸਕਾਰ ਕੀਤੇ। ਫਿਰ ਉਹਨਾਂ ਦਾ ਸਰੀਰ ਠੰਡਾ ਹੋਇਆ। ਫਿਰ ਉਹਨਾਂ ਦੇ ਸਰੀਰ ਨੂੰ ਨਾਲ ਦੇ ਸਿੰਘ ਲੈ ਕੇ ਆਏ ਉੱਥੇ ਜਿੱਥੇ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ। ਉੱਥੇ ਆ ਕੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ। ਅੱਜ ਤੁਸੀਂ ਦੇਖੋ ਐਤਵਾਰ ਵਾਲੇ ਦਿਨ ਵਿਸ਼ੇਸ਼ ਕਰਕੇ ਜਦੋਂ ਤੁਸੀਂ ਜਾਣਾ ਤੇ ਸਾਧ ਸੰਗਤ ਜੀ ਉੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ। ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਵੀ ਹਾਲਾਂਕਿ ਗੁਰੂ ਤੇ ਉਹ ਗੁਰੂ ਦੇ ਸਿੱਖ ਆ, ਪਰ ਸਿੱਖ ਨੂੰ ਮਾਣ ਇੰਨਾ ਮਹਾਰਾਜ ਨੇ ਬਖਸ਼ ਦਿੱਤਾ ਵੀ ਅੱਜ ਸਿੱਖ ਦੇ ਸਥਾਨ ਤੇ ਵੀ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਰਹੀਆਂ। ਉੱਥੇ ਵੀ ਲੋਕ ਅਰਦਾਸਾਂ ਕਰਦੇ ਆ ਤੇ ਉਹਨਾਂ ਦੇ ਸਾਧ ਸੰਗਤ ਦੀ ਕਿਰਪਾ ਵਰਤਦੀ ਹੈ। ਉਸ ਬਾਬੇ ਦੀਪ ਸਿੰਘ ਨੇ ਸੀਸ ਲੱਥੇ ਤੋਂ ਲੜ ਕੇ ਵਿਖਾ ਦਿੱਤਾ ਸੀ ਵੀ ਜਦੋਂ ਚਾਹੇ ਗੁਰੂ ਚਾਹੇ ਤੇ ਸਿੱਖ ਵਿੱਚ ਬੈਠ ਕੇ ਸਾਧ ਸੰਗਤ ਜੀ ਉਹ ਇਦਾਂ ਦੀ ਕਲਾ ਵਰਤਾ ਸਕਦਾ ਜਿੱਦਾਂ ਦੀ ਪਹਿਲਾਂ ਨਾ ਕਦੀ ਦੇਖੀ ਹੋਵੇ ਨਾ ਸੁਣੀ। ਸੀਸ ਲੱਥੇ ਤੋਂ ਕੋਈ ਲੜਿਆ ਹੋਵੇ ਇਦਾਂ ਦਾ ਸਾਧ ਸੰਗਤ ਜੀ ਸਿਰਫ ਆਪਣਾ ਹੀ ਇਤਿਹਾਸ ਇੰਨਾ ਨਿੱਘਰ ਤੇ ਨਿਰੋਆ। ਫਿਰ ਵੀ ਕਈ ਵੀਰਾਂ ਨੂੰ ਇਹ ਆਦਤ ਹੁੰਦੀ ਸਾਧ ਸੰਗਤ ਜੀ ਆਪਣੀ ਡੀਚ ਗੋਲ ਕਰਕੇ ਬੜੇ ਖੁਸ਼ ਹੋਣਾ। ਉਹਨਾਂ ਨੇ ਆਖਿਆ ਨਹੀਂ ਜੀ ਸੀਸ ਲੱਥਾ ਹੀ ਨਹੀਂ ਸੀ, ਕਿਸੇ ਉੱਤੇ ਕਿੰਤੂ ਨਹੀਂ, ਪਰ ਆਪਾਂ ਗੁਰਬਾਣੀ ਨੂੰ ਮੁੱਖ ਰੱਖ ਕੇ ਵਿਚਾਰ ਕਰਾਂਗੇ ਕਿ ਇਦਾਂ ਹੋ ਸਕਦਾ ਕਿ ਨਹੀਂ। ਨਹੀਂ ਜੀ ਸੀਸ ਨਹੀਂ ਸੀ ਲੱਥਾ, ਉਹ ਕਹਿੰਦੇ ਟੱਕ ਲੱਗਾ, ਪਰ ਐਉਂ ਹੱਥ ਦਾ ਆਸਰਾ ਦੇ ਕੇ ਬਾਬਾ ਦੀਪ ਸਿੰਘ ਜੀ ਲੜਦੇ ਆਏ। ਹੱਥ ਦਾ ਆਸਰਾ ਦੇ ਕੇ ਸਾਧ ਸੰਗਤ ਜੀ ਕੋਈ ਨਹੀਂ 6 ਮੀਲ ਲੜ ਸਕਦਾ। ਜੇ ਸੀਸ ਇੰਨਾ ਕੁ ਲੱਥ ਜਾਵੇ ਕਿ ਉਹਨੂੰ ਹੱਥ ਦਾ ਆਸਰਾ ਦੇਣਾ ਪਵੇ ਤੇ ਫਿਰ ਲੜਾਈ ਨਹੀਂ ਹੁੰਦੀ। ਜਿਹਨੇ ਲੜਨਾ ਉਹਨੇ ਤੇ ਫਿਰ ਲੱਥੇ ਤੋਂ ਵੀ ਲੜ ਜਾਣਾ। ਤੇ ਕੱਲਾ ਬਾਬਾ ਦੀਪ ਸਿੰਘ ਹੀ ਨਹੀਂ, ਭਾਈ ਤਾਰੂ ਸਿੰਘ ਨੂੰ ਆਪਾਂ ਕੀ ਕਵਾਂਗੇ। 22 ਦਿਨ ਖੋਪੜੀ ਲੱਥੀ ਰਹੀ ਹੈ ਤੇ ਖੁੱਲੀ ਹਵਾ ਵਿੱਚ ਚੌਂਕੜਾ ਮਾਰ ਕੇ ਗੁਰੂ ਕਾ ਸਿੱਖ ਬੈਠਾ। ਅੱਜ ਵੀ ਖੁੱਲੀ ਹਵਾ 'ਚ ਡਾਕਟਰ ਟ੍ਰੀਟਮੈਂਟ ਨਾ ਕਰਨ ਕਿਸੇ ਦੀ ਤੇ 22 ਦਿਨ ਖੋਪੜੀ ਲੱਥੀ ਤੋਂ ਬੰਦਾ ਜਿਉਂਦਾ ਨਹੀਂ ਰਹਿ ਸਕਦਾ, ਉਹ ਵੀ ਖੁੱਲੀ ਹਵਾ 'ਚ ਨਹੀਂ ਰਹਿ ਸਕਦਾ। ਉਹਨੂੰ ਕੀ ਆਖਾਂਗੇ ਜਿਹੜਾ ਉੱਪਰ ਦੀ ਦੇਗ ਵਿੱਚ ਬੈਠ ਕੇ ਵੀ ਸਾਧ ਸੰਗਤ ਜੀ ਆਖੀ ਜਾਂਦਾ ਤੇ ਵਾਹਿਗੁਰੂ 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 ਵਾਹਿਗੁਰੂ। ਉਹਨੂੰ ਕੀ ਆਖਾਂਗੇ ਜਿਸ ਦੇ ਸੀਸ ਉੱਤੇ ਸਾਧ ਸੰਗਤ ਜੀ ਆਰਾ ਚੱਲਦਾ ਤੇ ਫਿਰ ਵੀ ਉਹ ਕਹਿੰਦਾ ਮੁਹਿਆਰਾ ਪਿਆਰਾ ਲਗਦਾ ਹੈ ਤੁਮਕਾਰਾ ਕਰੋ ਬਣਾਏ। ਸੀਸ ਸਿਰ ਜਾਂਦਾ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਕੀ ਭਾਈ ਮਤੀ ਦਾਸ ਹੈ। ਭਾਈ ਮਤੀ ਦਾਸ ਤਾਂ ਸਰੀਰ ਕਰਕੇ ਹੈ, ਅਸਲ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ। ਉੱਥੇ ਭਾਈ ਮਤੀ ਦਾਸ ਨੇ ਮੈਨੂੰ ਇੱਕ ਬਚਨ ਚੇਤੇ ਆ ਗਿਆ 1 ਮਿੰਟ ਲਈ ਵਿਸ਼ੇ ਤੋਂ ਬਾਹਰ। ਜਦੋਂ ਆਰਾ ਫੇਰ ਲੱਗੇ ਤੇ ਭਾਈ ਮਤੀ ਦਾਸ ਨੇ ਕਾਜੀ ਨੂੰ ਆਖਿਆ ਇੱਕ ਗੱਲ ਮੇਰੀ ਮੰਨੇਗਾ। ਉਹਨੇ ਕਿਹਾ ਤੂੰ ਕਰ ਤਾਂ ਸਹੀ, ਮੈਂ ਤਾਂ ਤੈਨੂੰ ਕਹਿਣ ਡਿਆ, ਦੱਸ ਚੱਕ ਲਈਏ ਆਰਾ। ਉਹ ਕਹਿੰਦਾ ਨਹੀਂ ਆਰਾ ਨਾ ਚੱਕੋ, ਆਰਾ ਤਾਂ ਫੇਰੋ, ਪਰ ਇੱਕ ਬੇਨਤੀ ਆ ਭਾਈ ਮੇਰੀ ਜ਼ਬਾਨ ਤੇ ਨਾ ਆਰਾ ਪਹੁੰਚੇ ਉਨੀ ਦੇਰ ਜਿੰਨੀ ਦੇਰ ਜਪਜੀ ਸਾਹਿਬ ਦਾ ਭੋਗ ਨਾ ਪੈ ਜਾਏ, ਕਿਉਂਕਿ ਮੈਂ ਜਪਜੀ ਸਾਹਿਬ ਸ਼ੁਰੂ ਕਰਨ ਲੱਗਾ। ਆਰਾ ਫੇਰੀ ਤਾਂ ਜਾਇਓ, ਜ਼ਬਾਨ ਤੋਂ ਥੱਲੇ ਨਾ ਜਾਣ ਦਿਓ। ਮੈਂ ਚਾਹੁੰਦਾ ਜਪਜੀ ਸਾਹਿਬ ਦਾ ਭੋਗ ਪੈ ਜਾਏ ਤੇ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੋਲੇ ਮਤੀ ਦਾਸਾ ਇਹਨਾਂ ਨੂੰ ਨਹੀਂ ਕੁਝ ਕਹਿਣ ਦੀ ਲੋੜ, ਇਹਨਾਂ ਨੂੰ ਆਰਾ ਫੇਰਨ ਦੇ ਤੇ ਆਪਣਾ ਕੰਮ ਕਰਨ। ਉਹ ਜਪਜੀ ਸਾਹਿਬ ਵੀ ਕੀ ਜਿਹੜਾ ਇਹਨਾਂ ਦੇ ਆਰੇ ਨੇ ਚੀਰ ਦਿੱਤਾ, ਤੂੰ ਚਿੰਤਾ ਨਹੀਂ ਕਰਨੀ, ਜਪਜੀ ਸਾਹਿਬ ਦਾ ਭੋਗ ਉਸੇ ਤਰ੍ਹਾਂ ਪਵੇਗਾ, ਇਹਨਾਂ ਨੂੰ ਕੋ ਜੋ ਕਰਨਾ ਕਰ ਲੈਣ। ਗੁਰੂ ਸਾਹਮਣੇ ਬੈਠਾ ਤੇ ਸਿੱਖ 100% ਨੰਬਰ ਲੈ ਕੇ ਪਾਸ ਹੋਇਆ। ਉੱਥੇ ਆਪਾਂ ਕੀ ਆਖਾਂਗੇ। ਭਾਈ ਬਚਿੱਤਰ ਸਿੰਘ ਨੂੰ ਕੀ ਆਖਾਂਗੇ ਜਿਹੜਾ ਸਾਧ ਸੰਗਤ ਜੀ ਸਧਾਰਨ ਕੱਦ ਦਾ ਮਾਲਕ ਆ ਤੇ ਅਗਲੇ ਬੰਨੇ ਸ਼ਰਾਬੀ ਹੋਇਆ, ਮਸਤਿਆ ਹਾਥੀ ਤੇ 7 ਤਵੀਆਂ ਉਹਦੇ ਤਵੇ ਤੇ ਮੱਥੇ ਤੇ ਬੱਧੀਆਂ, ਉਹਦੇ ਵਿੱਚ ਨਾਗਣੀ ਮਾਰ ਕੇ ਸਾਧ ਸੰਗਤ ਜੀ 7 ਤਵੀਆਂ ਪਾੜ ਦੇਣੀਆਂ। ਸਧਾਰਨ ਬੰਦੇ ਦਾ ਕੰਮ ਨਹੀਂ, ਪਰ ਜਦੋਂ ਕਲਗੀਧਰ ਪਾਤਸ਼ਾਹ ਸਿਰ ਤੇ ਹੱਥ ਰੱਖ ਦੇਣ ਫਿਰ 7 ਹੋਣ ਭਾਵੇਂ 70 ਹੋਣ ਫਿਰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪਿੱਛੇ 10ਵੇਂ ਪਾਤਸ਼ਾਹ। ਇਸ ਕਰਕੇ ਆਪਾਂ ਕਹੀਏ ਜੀ ਬਾਬਾ ਦੀਪ ਸਿੰਘ ਸੀਸ ਲੱਥਾ ਨਹੀਂ ਸੀ। ਹਾਂ ਮੈਂ ਨਹੀਂ ਸੀਸ ਲੱਥੇ ਤੋਂ ਲੜ ਸਕਦਾ ਤੇ ਇਹਦਾ ਅਰਥ ਇਹ ਨਹੀਂ ਵੀ ਆਪਣੇ ਨਾਲ ਤੋਲਾਂ ਬਾਬੇ ਦੀਪ ਸਿੰਘ ਦੇ ਜੀਵਨ ਨੂੰ। ਮੇਰੀ ਸਮਝ ਵਿੱਚ ਇਹ ਗੱਲ ਅੱਜ ਨਾ ਵੀ ਆਵੇ, 10 ਸਾਲਾਂ ਨੂੰ ਆ ਸਕਦੀ, ਕਿਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਨਿਤਨੇਮ ਕਰ ਲਾਂ 10 ਸਾਲ ਤੇ ਫਿਰ ਜਿਹੜੀ ਅੱਜ ਗੱਲ ਮੈਂ ਕਰਦਾ ਹੋ ਸਕਦਾ ਮੇਰੇ ਵਿਚਾਰ ਬਦਲ ਜਾਣ, ਕੱਲ ਨੂੰ ਗੱਲ ਮੇਰੀ ਸਮਝ 'ਚ ਆ ਜਾਏਗੀ। ਪਰ ਜੋ ਆਪਾਂ ਅੱਜ ਕਹਿ ਦਿੱਤਾ ਵੀ ਉਹ ਲੜਿਆ ਹੀ ਨਹੀਂ, ਇਹ ਸਾਧ ਸੰਗਤ ਦੀ ਗੱਲ ਗੁਰੂ ਕੇ ਸਿੱਖ ਦੇ ਉੱਤੇ ਉਸ ਤੇ ਨਹੀਂ ਟੁਕਦੀ ਜਿਹਨੇ 10ਵੇਂ ਪਾਤਸ਼ਾਹ ਦੇ ਹੱਥੋਂ ਅੰਮ੍ਰਿਤ ਛਕਿਆ ਹੋਵੇ, ਜਿਹਨੇ 4 ਸਾਲ ਅਨੰਦਪੁਰ ਦੀ ਧਰਤੀ ਤੇ 10ਵੇਂ ਪਾਤਸ਼ਾਹ ਦੇ ਲਗਾਤਾਰ ਦਰਸ਼ਨ ਕਰਦਿਆਂ ਅਭਿਆਸ ਕੀਤਾ ਹੋਵੇ 18 ਘੰਟੇ, ਜਿਹੜਾ ਕਲਗੀਧਰ ਪਾਤਸ਼ਾਹ ਜੀ ਦੀ ਸਾਧ ਸੰਗਤ ਦੀ ਸੇਵਾ ਲੈ ਕੇ ਖੁਸ਼ੀ ਲੈ ਗਿਆ ਹੋਵੇ, ਜਿਹਨੇ 10ਵੇਂ ਪਾਤਸ਼ਾਹ ਜੀ ਦੇ ਕੋਲੋਂ ਸਾਹਮਣੇ ਬੈਠ ਕੇ 9 ਮਹੀਨੇ ਤੇ 9 ਦਿਨ ਲਗਾਤਾਰ ਗੁਰਬਾਣੀ ਦੀ ਕਥਾ ਸੁਣੀ ਹੋਵੇ 10ਵੇਂ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ, ਤੇ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਆਖਿਆ ਹੋਵੇ ਤੁਸੀਂ ਸਾਰੇ ਜੀਵਨ ਮੁਕਤੀ ਦੇ ਆਨੰਦ ਨੂੰ ਮਾਣਨ ਵਾਲੇ ਜੇ, ਸਰੀਰ ਦੇ ਰਹਿੰਦਿਆਂ ਜਿਹੜੇ ਜੀਵਨ ਮੁਕਤ ਹੋ ਗਏ ਹੋਣ, ਜਿਨ੍ਹਾਂ ਨੇ ਕੱਚੇ ਵੇਦ ਖਾ ਕੇ 4 ਸਰੂਪ ਗੁਰਬਾਣੀ ਦੇ ਲਿਖ ਦਿੱਤੇ ਹੋਣ। ਮਹਾਰਾਜ ਤਾਂ ਕਹਿੰਦੇ ਨੇ ਹਰ ਜਸ ਦੇਖਿਆ ਲਾਏ ਭਾਵਨੀ ਸੇ ਹਸਤ ਪਵਿੱਤਾ। ਉਹ ਕਹਿੰਦੇ ਇੱਕ ਜਪਜੀ ਸਾਹਿਬ ਦਾ ਪਾਠ ਲਿਖਦੇ ਹੋ ਤੇ ਹੱਥ ਪਵਿੱਤਰ ਹੋ ਜਾਂਦੇ, ਕੋਈ ਕਹਿ ਨਹੀਂ ਸਕਦਾ। ਮਹਾਰਾਜ ਦੀ ਬਾਣੀ ਦਾ ਸਾਧ ਸੰਗਤ ਜੀ ਪ੍ਰਮਾਣ ਹੈ। ਤੇ 4 ਸਰੂਪ ਲਿਖਣੇ, ਫਿਰ ਸਾਧ ਸੰਗਤ ਜੀ ਆਪਾਂ ਫਿਰ ਵੀ ਨਾ ਜਣਾਉਣਾ, ਤੇ ਫਿਰ ਜੇ ਸ਼ਹੀਦੀ ਹੋਈ
ਉਹ ਵੀ ਮਹਾਰਾਜ ਦੇ ਅਸਥਾਨ ਦੀ ਪਵਿੱਤਰਤਾ ਵਾਸਤੇ ਉਹ ਬਾਬਾ ਦੀਪ ਸਿੰਘ ਸੀਸ ਰੱਥੇ ਤੋਂ ਲੜ ਸਕਦਾ, ਮੈਂ ਨਹੀਂ ਲੜ ਸਕਦਾ, ਇਹ ਗੱਲ ਵੱਖਰੀ ਹੈ। ਪਰ ਬਾਬਾ ਦੀਪ ਸਿੰਘ ਲੜ ਸਕਦਾ, ਕਿਉਂਕਿ ਜੇ ਉਹਦੀ ਮਿਹਰ ਹੋ ਜਾਵੇ ਗੁਰੂ ਦੀ ਤੇ ਫਿਰ ਖੋਪਰੀ ਲੱਥੀ ਤੋਂ 22 ਦਿਨ ਬਹਿ ਸਕਦਾ ਬੰਦਾ। ਉਹਦੀ ਮਿਹਰ ਹੋ ਜਾਵੇ ਤੇ ਉਬਲੀ ਦੇਗ 'ਚ ਨਾਮ ਜਪ ਸਕਦਾ। ਉਹਦੀ ਮਿਹਰ ਹੋਵੇ ਤੇ ਚਰਖੜੀ ਤੇ ਚੜ੍ਹ ਕੇ ਵੀ ਸਿੱਖੀ ਨੂੰ ਪਿਆਰ ਕਰ ਸਕਦਾ ਹੈ, ਨਹੀਂ ਤੇ ਸਾਧ ਸੰਗਤ ਜੀ ਬੰਦਾ ਡੋਲ ਜਾਂਦਾ। ਫਲਾਸਫਰ ਕਹਿੰਦੇ ਜਾਨ ਨਾਲੋਂ ਤਾਂ ਕੁਝ ਵੀ ਵੱਧ ਪਿਆਰਾ ਨਹੀਂ। ਜੋ ਹੁੰਦਾ ਆਪਣੀ ਜਾਨ ਬਚਾਓ, ਜੋ ਦਿੱਤਾ ਜਾਂਦਾ ਦੇ ਕੇ ਵੀ ਜਾਨ ਬਚਾਉਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਨੇ ਸਿੱਖਾਂ 'ਚ ਐਸੀ ਸਪਿਰਟ ਭਰੀ, ਉਹਨਾਂ ਆਖਿਆ ਨਹੀਂ ਗੁਰਮੁਖੋ, ਜਾਨ ਸਭ ਤੋਂ ਉੱਪਰ ਨਹੀਂ, ਧਰਮ ਸਭ ਤੋਂ ਉੱਪਰ ਆ। ਜਾਨ ਬਚਾਉਣ ਲਈ ਧਰਮ ਨਹੀਂ ਦੇ ਸਕਦਾ ਸਿੱਖ, ਧਰਮ ਬਚਾਉਣ ਲਈ ਜਾਨ ਦੇ ਸਕਦਾ। ਤੇ ਉਹਨਾਂ ਨੇ ਸਾਧ ਸੰਗਤ ਜੀ ਫਿਰ ਆਪਾਂ ਆਖੀਏ ਜੀ ਇਦਾਂ ਲੜ ਨਹੀਂ ਸਕਦਾ, ਹਾਂ ਨਹੀਂ ਲੜ ਸਕਦਾ ਮੇਰੀ ਸੋਚ ਅਨੁਸਾਰ। ਪਰ ਬਾਬਾ ਦੀਪ ਸਿੰਘ ਜਾਂ ਫਿਰ ਜਦੋਂ ਭਗਤਾਂ ਦੀ ਸੋਚ ਵਿੱਚ ਜਾ ਕੇ ਜਾਂ ਗੁਰਬਾਣੀ ਨੂੰ ਸਾਧ ਸੰਗਤ ਜੀ ਸਾਹਮਣੇ ਰੱਖ ਕੇ ਆਪਾਂ ਨਿਰਣਾ ਕਰਾਂਗੇ ਤੇ ਕੋਈ ਸ਼ੰਕਾ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਉਹਨੂੰ ਪਾਉਂਦਾ ਹੋਵੇ ਤੇ ਬਿਨਾਂ ਸਵਾਸਾਂ ਤੋਂ ਰੱਖ ਸਕਦਾ। ਕੀ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਲਾ ਕੇ ਸਿੱਖ ਦਾ ਸਿਰ ਜੋੜਿਆ ਨਹੀਂ। ਜੇ ਗੁਰੂ ਸਿੱਖ ਦਾ ਸਿਰ ਲਾ ਕੇ ਜੋੜ ਸਕਦਾ ਤੇ ਉਸੇ ਗੁਰੂ ਤੋਂ ਅੰਮ੍ਰਿਤ ਛਕਣ ਵਾਲਾ ਗੁਰੂ ਕਾ ਸਿੱਖ, ਗੁਰੂ ਦੇ ਸਾਹਮਣੇ ਬਹਿ ਕੇ ਸਾਰੀ ਗੁਰਬਾਣੀ ਨੂੰ ਉਹਨਾਂ ਦੇ ਕੰਠੋਂ ਸੁਣਨ ਵਾਲਾ ਸਾਧ ਸੰਗਤ ਜੀ, ਗੁਰੂ ਕਾ ਸਿੱਖ ਚਾਰ ਸਰੂਪ ਕੱਚੇ ਦੇਰ ਖਾ ਕੇ ਲਿਖਣ ਵਾਲਾ ਉਹ ਗੁਰੂ ਕਾ ਸਿੱਖ, ਹਰਿਮੰਦਰ ਸਾਹਿਬ ਵਾਸਤੇ ਅਰਦਾਸ ਕਰਕੇ ਤੁਰਨ ਵਾਲਾ ਗੁਰੂ ਕਾ ਸਿੱਖ ਲੜ ਸਕਦਾ। ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਕਿਉਂਕਿ ਸਿੱਖ ਵੇਖੋ ਨਾ, ਉਹਦਾ ਜੀਵਨ ਵੇਖੋ, ਆਪਣੇ ਜੀਵਨ ਨਾਲ ਨਹੀਂ। ਆਪਣੇ ਜੀਵਨ ਨਾਲ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਤੋਲਾਂਗੇ। ਇੱਥੇ ਧਿਆਨ ਕੇ ਸਾਧ ਸੰਗਤ ਜੀ ਅਸਲ ਵਿੱਚ ਸਾਡੀ ਸੋਚ ਮਾਰ ਖਾਂਦੀ ਹੈ, ਪਰ ਜਦੋਂ ਆਪਣੀ ਬੁੱਧੀ ਦੀ ਤਕੜੀ 'ਚ ਤੋਲਦੇ ਆਪਾਂ ਗੁਰੂ ਦੇ ਕੌਤਕਾਂ ਨੂੰ, ਮਹਾਰਾਜ ਦੇ ਕੌਤਕਾਂ ਨੂੰ, ਉਹਦੀਆਂ ਬਖਸ਼ਾਂ ਨੂੰ ਸਾਧ ਸੰਗਤ ਜੀ ਸਾਡੀ ਬੁੱਧੀ ਨਹੀਂ ਸਮਝ ਸਕਦੀ। ਹਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ, ਜਿੰਨੀ ਕੁ ਮੱਤ ਪ੍ਰੇਮ ਵਿੱਚ ਕਿਸੇ ਦੀ ਭਿੱਜੀ ਹੋਵੇ ਉਹ ਸਮਝ ਸਕਦਾ। ਇਹ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਸਾਰਿਆਂ ਨੂੰ ਸਮਝਣਾ ਔਖਾ। ਜਦੋਂ ਤੱਕ ਦੀ ਤਕੜੀ 'ਚ ਤੋਲਾਂਗੇ ਫਿਰ ਇਦਾਂ ਦਾ ਹੀ ਸਾਧ ਸੰਗਤ ਜੀ ਨਤੀਜਾ ਨਿਕਲੇਗਾ। ਪਰ ਜਦੋਂ ਉੱਥੇ ਜਾ ਕੇ ਤੋਲਾਂਗੇ ਨਾ, ਜੇ ਨਾ ਹੀ ਸਮਝ ਵਿੱਚ ਆਉਂਦੀ ਹੋਵੇ ਗੱਲ, ਤੇ ਗੁਰੂ ਸਾਹਿਬ ਕਿਰਪਾ ਕਰਨ, ਬੰਦਾ 1 ਸਾਲ ਸਾਧ ਸੰਗਤ ਦੀ ਮਾਲਾ ਫੜ ਕੇ ਬੈਠੇ ਤੇ ਗੁਰੂ ਆਪ ਸਮਝਾ ਦੇਗਾ। ਬਹੁਤ ਕੁਝ ਨਾਮ ਜਪਿਆਂ ਮਸਲੇ ਹੱਲ ਹੋ ਜਾਂਦੇ ਆ ਜਿਨ੍ਹਾਂ ਨੂੰ ਨਾਮ ਮਨ ਮੰਨਦਾ ਹੋਵੇ। ਬਹੁਤ ਕੁਝ ਨਾਮ ਦੀ ਤੇ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਨੇ ਇੰਨੀ ਕੁ ਕਥਨ ਕਰ ਦਿੱਤੀ। ਉਹ ਕਹਿੰਦੇ ਨੇ ਬੂਝਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਸਤਿਗੁਰਾਂ ਨੇ ਬਚਨ ਕੀਤੇ ਆ। ਉਹ ਕਹਿੰਦੇ ਨੇ ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ। ਨਾਮ ਏਦਾਂ ਕਰਾਵਤ ਹੁੰਦਾ, ਡੁੱਬਦੇ ਨੂੰ ਜਿਵੇਂ ਬੇੜੀ ਬਚਾ ਲੈਂਦੀ ਆ, ਨਾਮ ਨੂੰ ਡੁੱਬਦੇ ਨੂੰ ਬਚਾ ਲੈਂਦਾ। ਜਿਵੇਂ ਬੁਝਦੇ ਦੀਵੇ ਨੂੰ ਤੇਲ ਮਿਲ ਜਾਵੇ, ਨਾਮ ਦੀ ਇੰਨੀ ਤਾਕਤ ਹੈ। ਮਰਦੇ ਨੂੰ ਸਾਧ ਸੰਗਤ ਜੀ, ਮਰਦੇ ਨੂੰ ਅੰਮ੍ਰਿਤ ਦਾ ਕੰਮ ਦੇ ਕੇ ਕਰਕੇ ਬਚਾ ਲੈਂਦਾ ਨਾਮ। ਜਿਵੇਂ ਲੜਾਈ ਦੇ ਮੈਦਾਨ 'ਚ ਸਗਾ ਭਰਾ ਕੰਮ ਆਉਂਦਾ, ਏਦਾਂ ਨਾਮ ਕੰਮ ਆਉਂਦਾ। ਪਰ ਜੇ ਕੋਈ ਜਪੇ ਤੇ ਪਤਾ ਲੱਗੇ। ਜਪਣਾ ਹੋਰ ਹੁੰਦਾ, ਨਾਮ ਦੀ ਵਿਆਖਿਆ ਕਰਨੀ ਹੋਰ ਹੁੰਦੀ ਸਾਧ ਸੰਗਤ ਜੀ। ਵਿਆਖਿਆ ਤਾਂ ਬੜੀ ਬੜੀ ਕਮਾਲ ਦੀ ਵਿਆਖਿਆਕਾਰਾਂ ਨੇ ਕੀਤੇ। ਉਵੇਂ ਤਾਂ ਬੁੱਤ ਬਣਾਉਣ ਵਾਲੇ ਬੜਾ ਕਮਾਲ ਕਰ ਦਿੰਦੇ, ਮੋਮ ਦਾ ਧਾਤ ਦਾ ਬੁੱਤ ਬੰਦੇ ਵਰਗਾ ਹੀ ਬਣਾ ਦਿੰਦੇ ਆ, ਪਰ ਜਾਨ ਪਾਉਣ ਤੋਂ ਪਿੱਛੇ ਰਹਿ ਜਾਂਦੇ ਆ। ਬੁੱਤ ਵੇਖ ਕੇ ਨਹੀਂ ਕੋਈ ਕਹਿ ਸਕਦਾ ਵੀ ਅਸਲੀ ਕਿ ਨਕਲੀ ਹੈ। ਪਤਾ ਉਦੋਂ ਲੱਗਦਾ ਜਦੋਂ ਵਿੱਚ ਸਵਾਸਾਂ ਦੀ ਸਾਧ ਸੰਗਤ ਜੀ ਧੜਕਣ ਨਹੀਂ ਹੁੰਦੀ, ਸਵਾਸ ਹਰਕਤ ਨਹੀਂ ਕਰਦੇ। ਬਾਕੀ ਸਾਰਾ ਕੁਝ ਗੱਲਾਂ ਨਾਲ ਤਾਂ ਵਿਆਖਿਆ ਨਾਮ ਦੀ ਬੜੀ ਕਰ ਲਵਾਂਗੇ, ਪਰ ਨਾਮ ਕਲਾ ਕੀ ਵਰਤਾਉਂਦਾ ਇਹ ਸਾਧ ਸੰਗਤ ਜੀ ਉਹਨਾਂ ਉੱਤੇ ਵਰਤਦੀ ਦਿਸਦੀ ਆ ਜਿਨ੍ਹਾਂ ਨੇ ਇਹਦੇ ਵਾਸਤੇ ਕੁਝ ਕਰਨਾ ਕਰ ਲਈ। ਜੇ ਆਪਾਂ ਡਾਕਟਰੇਟ ਕੀਤੀ ਨਾ, ਜੇ ਆਪਾਂ ਲਾ ਨਹੀਂ ਕੀਤਾ ਤੇ ਕਿਸੇ ਨੂੰ ਸਾਧ ਸੰਗਤ ਜੀ ਕਾਨੂੰਨ ਸੰਬੰਧੀ ਰਾਵਾਂ ਦੇਵਾਂਗੇ ਤੇ ਲੋਕ ਮੂਰਖ ਆਖਣਗੇ। ਜੇ ਸਾਨੂੰ ਪੁੱਛ ਹੀ ਲਏ ਕੋਈ, ਭਾਈ ਤੂੰ ਲਾ ਕੀਤਾ? ਨਹੀਂ। ਆਪਾਂ ਨੂੰ ਮੈਨੂੰ ਗੱਡੀ ਨਾ ਚਲਾਉਣੀ ਆਉਂਦੀ ਹੋਵੇ ਤੇ ਮੈਂ ਉਹਨੂੰ ਆਖਾਂ ਭਾਈ ਗੱਡੀ 'ਚ ਬਹੀਦਾ ਤੂੰ ਧਿਆਨ ਰੱਖਿਆ ਕਰ, ਖੱਬੇ ਪਾਸੇ ਰੱਖੀ ਦੀ ਆ, ਏਦਾਂ ਤੇਜ਼ ਬ੍ਰੇਕ ਨਹੀਂ ਮਾਰਦੀ, ਐਮਰਜੈਂਸੀ ਬ੍ਰੇਕ ਵੀ ਏਦਾਂ ਕਰਕੇ ਮਾਰਨੀ। ਮੈਨੂੰ ਪੁੱਛੇ ਤੈਨੂੰ ਆਉਂਦੀ ਚਲਾਉਣੀ? ਤੇ ਮੈਂ ਆਖਾਂ ਨਹੀਂ, ਤੇ ਲੋਕ ਆਖਣਗੇ ਮੂਰਖ ਆ, ਤੂੰ ਤਾਂ ਗੱਡੀ ਦੀ ਸੀਟ ਤੇ ਕਦੀ ਨਹੀਂ ਬੈਠਾ, ਸਲਾਹਾਂ ਕਿੰਨੀਆਂ ਸੋਹਣੀਆਂ ਦੇਈ ਜਾਂਦਾ। ਕੀ ਪਤਾ ਜਿਹੜਾ ਕਦੀ ਪਾਣੀ 'ਚ ਨਹੀਂ ਉਤਰਿਆ ਉਹ ਦੱਸੇ ਕੰਢੇ ਤੇ ਬੈਠਾ ਭਈ ਉੱਤੋਂ ਦੀ ਹੋ ਕੇ ਜਾਇਓ, ਇੱਥੇ ਘੁੰਮਣ ਘੇਰੀ ਪੈਂਦੀ ਜੇ, ਉੱਥੇ ਪਾਣੀ ਬਹੁਤ ਤੇਜ਼ ਆ, ਇੱਥੇ ਪੈਰ ਨਹੀਂ ਲੱਗਦੇ ਬੰਦੇ ਦੇ। ਕੋਈ ਪੁੱਛੇ ਤੂੰ ਕਦੀ ਗਿਆ ਪਾਰ, ਜਾਂ ਤੈਨੂੰ ਤਰਨਾ ਆਉਂਦਾ, ਕਦੀ ਉਤਰਿਆ ਦਰਿਆ 'ਚ? ਉਹ ਆਖੇ ਨਹੀਂ, ਤੇ ਫਿਰ ਕਿਵੇਂ ਦੱਸੀ ਜਾਂਦਾ? ਕੀ ਤੈਨੂੰ ਪਤਾ ਵੀ ਪਾਣੀ ਕਿੱਥੋਂ ਤੇਜ਼ ਆ, ਕਿੱਥੇ ਪੈਰ ਨਹੀਂ ਲੱਗਦੇ, ਘੁੰਮਣ ਘੇਰੀ ਤੈਨੂੰ, ਤੂੰ ਤਾਂ ਪਾਣੀ 'ਚ ਉਤਰਿਆ ਕਦੀ ਨਹੀਂ। ਕਿੰਤੂ ਆਪਾਂ ਕਰ ਸਕਦੇ, ਕਿੰਤੂ ਕਰਨਾ ਕੋਈ ਔਖਾ ਨਹੀਂ ਸਾਧ ਸੰਗਤ ਜੀ। ਬਾਬੇ ਦੀਪ ਸਿੰਘ ਤੇ ਕਰੋ, ਭਾਵੇਂ ਮਹਾਰਾਜ ਤੇ ਕਰੋ, ਮਹਾਰਾਜ ਦੀ ਮਰਿਆਦਾ ਤੇ ਕਰੋ, ਜਿੱਥੇ ਮਰਜ਼ੀ ਕਰੋ, ਕਿੰਤੂ ਕਰਨਾ ਕੋਈ ਔਖਾ ਨਹੀਂ, ਮੰਨਣਾ ਹੀ ਔਖਾ। ਨਾ ਕਰਨੀ ਤੇ ਖੰਡਨ ਕਰਨਾ ਕਿੰਨਾ ਕੁ ਔਖਾ। ਜਿਸ ਗੱਲ ਦਾ ਤੁਸੀਂ ਕਹੋ ਖੰਡਨ ਕਰਦੇ ਨੇ 5 ਮਿੰਟ 'ਚ ਦਲੀਲ ਦੇ ਕੇ, ਤੇ ਤੁਸੀਂ ਮੰਨੋਗੇ ਵਾਕਿਆ ਸਹੀ ਖੰਡਨ ਕੀਤਾ, ਤਾਂ ਹੋਊਗਾ ਝੂਠ। ਝੂਠ ਨੂੰ ਸੱਚ ਬਣਾ ਸਕਦਾ ਬੰਦਾ ਜਿਹਨੂੰ ਬੋਲਣਾ ਆਉਂਦਾ ਹੋਵੇ। ਕਿਸ ਗੱਲ ਦਾ ਤੁਸੀਂ ਖੰਡਨ ਕਰਵਾਉਣਾ? ਪਰਕਰਮਾਂ ਦਾ ਕਰਨਾ, ਮਹਾਰਾਜ ਨੂੰ ਲੱਗੇ ਰਮਾਲਿਆਂ ਦਾ ਕਰਨਾ, ਗੋਲਕ ਦਾ ਕਰਨਾ, ਆ ਜਿਹੜਾ ਤੁਸੀਂ ਦੁੱਧ ਲੈ ਕੇ ਆਉਂਦੇ ਜੇ ਇਹਦਾ ਕਰਨਾ, ਆਟੇ ਦੇ ਬੈਗ ਦਾ ਕਰਨਾ, ਜੇ ਜਿਹੜੇ 4 ਪੈਸੇ ਗੋਲਕ 'ਚ ਪਾਉਣੇ ਇਹਦਾ। ਦੱਸੋ ਕਿਸ ਗੱਲ ਦਾ ਖੰਡਨ ਕਰਨਾ? 5 ਮਿੰਟ 'ਚ ਦਲੀਲ ਦੇ ਕੇ ਕਰ ਦਿੰਦੇ ਆ। ਕਿਹੜੀ ਗੱਲ ਦਾ ਕਰਨਾ ਦੱਸੋ? ਖੰਡਨ ਕਰਨਾ ਤਾਂ ਬਹੁਤ ਸੌਖਾ।
ਜਿਸ ਗੱਲ ਦਾ ਮਰਜ਼ੀ ਸਾਧ ਸੰਗਤ ਜੀ ਤੁਸੀਂ ਕਰਦੇ ਹੋ, ਬਚੌਰ ਕਰਨ ਦਾ ਖੰਡਨ ਕਰਨ। ਸਭ ਤੋਂ ਜ਼ਿਆਦਾ ਸਤਿਕਾਰ ਵਾਲੀ ਗੱਲ ਹੈ ਮਹਾਰਾਜ ਨੂੰ ਚੌਰ ਸਾਹਿਬ ਕਰਨਾ। ਚੌਰ ਦੇ ਉੱਤੇ 2 ਦਲੀਲਾਂ ਮੈਂ ਦੇ ਦਿੰਦਾ, ਤੇ ਕੱਲ ਨੂੰ ਜਿਹੜਾ ਅੱਜ ਚੌਰ ਕਰਦਾ ਕੱਲ ਨੂੰ ਚੌਰ ਕਰਨੀ ਨਾ ਆਵੇਗਾ ਮਹਾਰਾਜ ਨੂੰ। ਖੰਡਨ ਦੀ ਕੋਈ ਗੱਲ ਨਹੀਂ। ਚੌਰ ਦੇ ਉੱਤੇ ਆਪਾਂ ਸ਼ਬਦ ਲਾ ਦਿੰਦੇ ਆ। ਮਹਾਰਾਜ ਨੇ ਬਚਨ ਕੀਤੇ, ਗਗਨ ਮੈਂ ਥਾਵ ਰਾਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲੋ ਪਵਨ ਚਵਰੋ ਕਰੇ। ਮਹਾਰਾਜ ਨੇ ਉਹਨਾਂ ਪੰਡਿਆਂ ਨੂੰ ਆਖਿਆ ਸੀ ਉਹ ਚੌਰ ਕਿਉਂ ਕਰਦੇ ਜੇ ਠਾਕਰਾਂ ਉੱਤੇ ਮੂਰਤੀਆਂ ਉੱਤੇ? ਚੌਰ ਤਾਂ ਪ੍ਰਮਾਤਮਾ ਦੀ ਹੋ ਰਹੀ ਆ। ਜਦੋਂ ਆਰਤੀ ਦਾ ਸ਼ਬਦ ਚੱਲ ਰਿਹਾ ਆਖਿਆ ਨਹੀਂ ਗੁਰੂ ਸਾਹਿਬ ਨੇ, ਮੈਂ ਕਿਹਾ ਪ੍ਰਮਾਤਮਾ ਦੀ ਜਿਹੜੀ ਹਵਾ ਚੱਲਦੀ ਹੈ ਚੌਰ ਹੀ ਆ। ਚੌਰ ਤਾਂ ਸੁਤੇ ਸਿੱਧ ਪ੍ਰਮਾਤਮਾ ਵੱਲੋਂ ਹੋ ਰਹੀ ਆ। ਤੁਹਾਨੂੰ ਦੱਸੋ ਇਹ ਚੌਰ ਦਾ ਕੀ ਲਾਭ ਆ? ਤੁਸੀਂ ਮੂਰਤੀ ਉੱਤੇ ਚੌਰ ਕਰਦੇ ਜੇ। ਦੀਵੇ ਜਗਾ ਕੇ ਆਰਤੀ ਕਰਨ ਦਾ ਕੀ ਆ? ਦੀਵੇ ਤਾਂ ਉਹਦੇ ਪਹਿਲਾਂ ਜਗਦੇ, ਇੱਕ ਸੂਰਜ ਜਗਦਾ, ਇੱਕ ਚੰਦਰਮਾ, ਇਹਦੋਂ ਵੱਡਾ ਦੀਵਾ ਹੋਰ ਕਿਹੜਾ? ਤੇ ਫਿਰ ਜੇ ਚੌਰ ਹਵਾ ਕਰਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਫਿਰ ਸਾਨੂੰ ਲੋੜ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰਨ ਦੀ। ਚੌਰ ਤਾਂ ਆਪਾਂ ਕਹਿ ਸਕਦੇ ਵੀ ਗੁਰੂ ਸਾਹਿਬ ਖੁਦ ਕਹਿ ਕੇ ਗਏ ਵੀ ਚੌਰ ਤਾਂ ਹਵਾ ਕਰਦੀ ਹੈ, ਚੌਰ ਤਾਂ ਸੁੱਤੇ ਸਿੱਧੀ ਹੋ ਰਿਹਾ ਪ੍ਰਮਾਤਮਾ ਦਾ, ਫਿਰ ਨਿਕਾ ਜਾ ਚੌਰ ਕਰਨ ਦੀ ਕੋਈ ਲੋੜ ਹੀ ਨਹੀਂ। ਜਿੰਨਾ ਮਰਜ਼ੀ ਖੰਡਨ ਕਰੋ ਪ੍ਰਮਾਣ ਦੇ ਕੇ ਸਾਧ ਸੰਗਤ ਜੀ, ਬਹੁਤ ਸੌਖਾ। ਪਰ ਅਸਲ ਵਿੱਚ ਇਹ ਸੱਚ ਨਹੀਂ। ਸੱਚ ਇਹ ਹੈ ਕਿ ਗੁਰੂ ਸਾਹਿਬ ਚੌਰ ਛਤਰ ਤਖਤ ਦੇ ਮਾਲਕ ਆ। ਕਲਗੀਧਰ ਪਾਤਸ਼ਾਹ ਤੇ ਚੌਰ ਹੋਈ ਤੇ ਭਾਈ ਕੀਰਤੀਏ ਦੀ ਪੱਕੀ ਡਿਊਟੀ ਸੀ। ਜੇ 10ਵੇਂ ਪਾਤਸ਼ਾਹ ਤੇ ਚੌਰ ਹੋ ਸਕਦੀ, ਗੁਰੂ ਗ੍ਰੰਥ ਸਾਹਿਬ ਤੇ ਕਿਉਂ ਨਹੀਂ ਹੋ ਸਕਦੀ? ਕੀ ਫਰਕ ਹੈ 10ਵੇਂ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ 'ਚ? ਕੋਈ ਫਰਕ ਨਹੀਂ। ਹੁੰਦੀ ਨਾ ਕਲਗੀਧਰ ਪਾਤਸ਼ਾਹ ਤੇ ਚੌਰ, ਹੁੰਦੀ ਰਹੀ ਨਾ ਸਾਰੇ ਸਤਿਗੁਰਾਂ ਤੇ। ਜੇ 10ਵੇਂ ਪਾਤਸ਼ਾਹ ਤੇ ਚੌਰ ਕਰ ਸਕਦਾ ਸੀ ਪ੍ਰਸ਼ਾਦੀ ਹਾਥੀ, ਤੇ ਭਾਈ ਕੀਰਤੀਆ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਕਿਉਂ ਨਹੀਂ ਚੌਰ ਕਰ ਸਕਦਾ? ਬਿਲਕੁਲ ਅਤਿਸ਼ੇ ਕਰਕੇ ਹੋਣੀ ਚਾਹੀਦੀ ਆ। ਖੰਡਨ ਕਰਾਂਗੇ ਤੇ ਝੂਠੇ ਆ, ਫਰੇਬ ਕਰਾਂਗੇ ਸੰਗਤਾਂ ਨਾਲ ਵੀ ਆਪਣੇ ਆਪ ਨਾਲ ਵੀ, ਤੇ ਗੁਰੂ ਦੇ ਦਰ ਤੇ ਤਾਂ ਮੂੰਹ ਕਾਲਾ ਹੋਵੇਗਾ ਹੀ, ਉਹ ਵੱਖਰੀ ਗੱਲ। ਖੰਡਨ ਕਰਨ ਦਾ ਕੋਈ ਔਖਾ ਨਹੀਂ ਕੰਮ। ਮੱਥਾ ਟੇਕਣ ਦਾ ਖੰਡਨ ਕਰ ਲਓ ਜਿਵੇਂ ਮਰਜ਼ੀ, ਹੁਣੇ ਪ੍ਰਮਾਣ ਦੇ ਕੇ ਦਲੀਲਾਂ ਸਾਹਿਬ ਜੀ ਨਾ ਕਰੇ ਕੱਲ ਨੂੰ ਮੱਥਾ ਟੇਕਣ ਨੂੰ। ਪਰ ਖੰਡਨ ਕਰਨਾ ਬਹੁਤ ਸੌਖਾ ਸਾਧ ਸੰਗਤ ਜੀ, ਮੰਨਣ ਕਰਨਾ ਹੀ ਔਖਾ। ਮੰਨਣਾ ਹੀ ਔਖਾ, ਨਾ ਮੰਨਣ ਵਾਸਤੇ ਤਾਂ 20 ਬਹਾਨੇ ਆਪਣੇ ਕੋਲ, ਜਿਵੇਂ ਮਰਜ਼ੀ ਆਪਾਂ ਕਰ ਦੇਈਏ। ਜਿਸ ਗੱਲ ਦਾ ਮਰਜ਼ੀ ਖੰਡਨ ਕਰਦੇ ਹੋ ਤੁਸੀਂ, ਜਿਸ ਗੱਲ ਦਾ ਮਰਜ਼ੀ, ਜਿਸ ਕੰਮ 'ਚ ਵੀ ਤੁਹਾਡੀ ਬਹੁਤੀ ਸ਼ਰਧਾ, ਜਿਵੇਂ ਮਰਜ਼ੀ ਦਲੀਲਾਂ ਨਾਲ ਖੰਡਨ ਕਰਾ ਲਓ। ਖੰਡਨ ਕਰਨਾ ਬਹੁਤ ਔਖਾ, ਪਰ ਉਹ ਖੰਡਨ ਕਰਨ ਵਿੱਚ ਸਾਧ ਸੰਗਤ ਜੀ 98% ਝੂਠ ਹੁੰਦਾ। ਸਾਡੀ ਬੁੱਧੀ ਨਾ ਮੰਨੇ ਤੇ ਇਹਦਾ ਕੀ ਅਰਥ ਹੈ ਵੀ ਇਹ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਐਵੇਂ ਗਈਆਂ ਸਾਰੀਆਂ? ਸਾਡੀ ਬਾਤ ਨਾ ਮੰਨੇ ਤੇ ਇਹਦਾ ਅਰਥ ਇਹ ਨਹੀਂ ਭਾਈ ਗੁਰੂ ਕੀ ਕਲਾ ਵਰਤਦੀ ਨਹੀਂ। ਜਿਨ੍ਹਾਂ ਉੱਤੇ ਵਰਤਦੀ ਉਹ ਲੜ ਸਕਦੇ ਲੱਥੇ ਸੀਸ ਤੋਂ, ਉਹਦੇ ਉੱਤੇ ਕੋਈ ਕਿੰਤੂ ਨਹੀਂ। ਬਿਲਕੁਲ ਲੜ ਸਕਦਾ ਉਹ ਸਿੱਖ ਲੜਦਾ ਜਿਹੜਾ 10ਵੇਂ ਪਾਤਸ਼ਾਹ ਜੀ ਤੋਂ ਸਿੱਧਾ ਅੰਮ੍ਰਿਤ ਛਕੇ, ਸਾਲਾਂ ਦੇ ਸਾਲ ਨਾਲ ਮਹਾਰਾਜ ਦੇ ਰਹਿ ਕੇ ਸੇਵਾ ਕੀਤੀ ਹੋਵੇ, ਤੇ ਰੱਜ ਕੇ ਦਰਸ਼ਨ ਕੀਤੇ ਹੋਣ, ਤੇ ਬਖਸ਼ਾਂ ਪ੍ਰਾਪਤ ਕੀਤੀਆਂ ਹੋਣ, ਤੇ ਜੀਵਨ ਮੁਕਤ ਹੋਵੇ, ਤੇ ਗੁਰਬਾਣੀ ਦੀ ਕਥਾ ਉਹਨੇ ਸਾਹਮਣੇ ਬਹਿ ਕੇ ਸੁਣੀ ਹੋਵੇ, ਇੱਕ ਨਾਗਾ ਨਾ ਪਾਇਆ ਹੋਵੇ, ਤੇ ਕਰਨ ਵਾਲੇ ਹੁਣ 10ਵੇਂ ਪਾਤਸ਼ਾਹ, ਤੇ ਫਿਰ ਵੀ ਕੋਈ ਕਸਰ ਹੈਗੀ? ਫਿਰ ਵੀ ਆਪਾਂ ਆਖੀਏ ਸੀਸ ਲੱਥੇ ਤੋਂ ਲੜ ਨਹੀਂ ਸਕਦਾ? ਲੜ ਸਕਦਾ, ਬਿਲਕੁਲ ਲੜ ਸਕਦਾ ਸਾਧ ਸੰਗਤ ਜੀ, ਕਿਉਂਕਿ ਲੜਾਉਣ ਵਾਲਾ ਪਿੱਛੇ ਜੋਜੀ ਪ੍ਰੀਤਮ ਹੈ ਨਾ। ਲੜਾਉਣ ਵਾਲਾ 10ਵੇਂ ਪਾਤਸ਼ਾਹ, ਫਿਰ ਕਿਉਂ ਨਾ ਸਿੱਖ ਲੜੇ? ਬਿਲਕੁਲ ਲੜ ਸਕਦਾ। ਉਹ ਫਿਰ ਬਾਬਾ ਦੀਪ ਸਿੰਘ ਲੜਿਆ ਤੇ ਸਾਧ ਸੰਗਤ ਜੀ ਭੱਜੇ। ਇੱਕ ਬੰਨੇ ਦੇਖੋ ਫੌਜ ਦਾ ਅਸਾਵਾਂ ਪਾਉਂਦੇ, ਕੋਈ ਇੱਕ ਬੰਨੇ 5000 ਦਾ ਜਥਾ ਬਾਬੇ ਦੀਪ ਸਿੰਘ ਨਾਲ, ਇੱਕ ਬੰਨੇ ਲੱਖ ਫੌਜ ਆ। 1,05,000 ਦੇ ਅੱਗੇ ਕਿਉਂ ਭੱਜੇ? ਕਿਉਂ ਛੱਡ ਕੇ ਚਲੇ ਗਏ ਦਰਬਾਰ ਸਾਹਿਬ ਨੂੰ? ਆਪਾਂ ਉਹ ਕਿਉਂ ਨਹੀਂ ਸੋਚਦੇ? ਪਰ ਜਿਹੜੇ ਆਏ ਦਰਬਾਰ ਸਾਹਿਬ ਦੀ ਬੇਨਤੀ ਕਰਨੇ, ਬਾਬੇ ਦੀਪ ਸਿੰਘ ਦਾ 5000 ਦਾ ਜਥਾ ਦੇਖ ਕੇ ਭੱਜ ਗਏ? ਕਦੀ ਵੀ ਨਹੀਂ ਭੱਜ ਸਕਦੇ। ਉਹਨਾਂ ਕੋਲ ਲੱਖ ਫੌਜ ਹੈ, ਲੱਖ ਸਰੀਰ ਖਲੋਤਾ। ਇੱਕ ਬੰਨੇ 5000 ਹੈ, ਕਿਉਂ ਭੱਜ ਜਾਣਗੇ? 5000 ਦੇ ਅੱਗੇ ਲਾ ਕੇ 1 ਲੱਖ ਬੰਦਾ ਕਿਵੇਂ ਚਲਿਆ ਜਾਵੇਗਾ? ਸਿਰਫ ਇਸੇ ਕਰਕੇ ਗਿਆ ਜਦੋਂ ਵੇਖਿਆ ਭਈ ਇਹ ਤਾਂ ਸੀਸ ਲੱਥੇ ਤੋਂ ਲੜਦੇ ਆਉਂਦੇ ਆ। ਜਿਉਂਦਿਆਂ ਨਾਲ ਤਾਂ ਬੰਦਾ ਕੋਈ ਲੜੇ, ਤੇ ਹੁਣ ਮੁਰਦਿਆਂ ਨਾਲ ਕਿੰਨਾ ਕੁ ਲੜੇ? ਇਹੀ ਸੀ ਕੌਤਕ ਵਰਤਿਆ ਜਿਸ ਨੂੰ ਵੇਖ ਕੇ ਉਹ ਭੱਜੇ। ਦਰਬਾਰ ਸਾਹਿਬ ਛੱਡਣਾ ਪਿਆ ਉਹਨਾਂ ਨੂੰ। ਬੇਅਦਬੀ ਲੋਕੀ ਬਾਬੇ ਦੀਪ ਸਿੰਘ ਨੇ। ਉਸ ਮਹਾਨ ਸ਼ਖਸੀਅਤ ਦਾ ਸਾਧ ਸੰਗਤ ਜੀ ਜਨਮ ਦਿਨ ਆ। ਉਵੇਂ ਤਾਂ ਉਹਦਾ ਜੀਵਨ ਬਾਬਾ ਜੀ ਦਾ ਕਹਿਣਾ ਹੋਵੇ, ਬੜਾ ਸਮਾਂ ਆਪਾਂ ਨੂੰ ਚਾਹੀਦਾ ਵਿਸ਼ੇਸ਼ ਕਰਕੇ। ਪਰ ਚਲੋ ਉਹਨਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਕੇ, ਪਰ ਸ਼ਰਧਾ ਨਾਲ, ਪ੍ਰੇਮ ਨਾਲ ਜੇ ਆਪਾਂ ਆਏ ਨਾ ਮਹਾਰਾਜ ਦੀ ਹਜ਼ੂਰੀ 'ਚ, ਤੇ ਇੰਨੀ ਕਿ ਸਾਧ ਸੰਗਤ ਜੀ ਗੁਰੂ ਸਾਹਿਬ ਅੱਗੇ ਝੋਲੀ ਖੋਲਣੀ ਚਾਹੀਦੀ ਵੀ ਮਹਾਰਾਜ ਤੁਸੀਂ ਕਿਰਪਾ ਕਰੇ ਤੁਹਾਡੀਆਂ ਬਖਸ਼ਾਂ ਉੱਤੇ ਕਿੰਤੂ ਨਾ ਹੋਵੇ। ਜਿਨ੍ਹਾਂ ਨੇ ਨਾਮ ਜਪ ਲਿਆ ਉਹਨਾਂ ਤੇ ਕੋਈ ਕਿੰਤੂ ਨਹੀਂ, ਕਿਉਂਕਿ ਜਪਣਾ ਹੋਰ ਗੱਲ ਆ, ਗੱਲਾਂ ਕਰਨੀਆਂ ਹੋਰ ਗੱਲ ਆ। ਗੱਲਾਂ ਕਰਨ ਵਾਲੇ ਨੂੰ ਕਿੰਤੂ ਫੁਰ ਸਕਦਾ, ਕਿਉਂਕਿ ਉਹਨੇ ਸਿਰਫ ਸਾਧ ਸੰਗਤ ਜੀ ਗੱਲਾਂ ਹੀ ਕੀਤੀਆਂ। ਕਿਸੇ ਨੇ ਡਾਕਟਰੀ ਕੀਤੀ ਨਾ ਹੋਵੇ ਤੇ ਉਹ ਸਲਾਹਾਂ ਦੇਵੇ ਭਈ ਇਹਨੂੰ ਐਂ ਕਰੋ ਠੀਕ ਹੋ ਜਾਏਗਾ, ਇਹਨੂੰ ਆਹ ਕਰੋ ਲਿਆਓ, ਨਹੀਂ ਤੇ ਮੈਂ ਕਰ ਦੇਣਾ। ਉਹ ਕਹਿਣਗੇ ਬੰਦਾ ਮਾਰਨਾ, ਤੂੰ ਦੱਸ ਕਿੱਥੋਂ ਕੀਤੀ ਡਾਕਟਰੀ? ਤੇਰੇ ਕੋਲ ਤਾਂ ਕੋਈ ਡਿਗਰੀ ਨਹੀਂ ਹੈ, ਤੂੰ ਦੱਸ ਵਿਖਾ, ਤੂੰ MBBS ਆ, ਤੂੰ ਦੱਸ ਤੇਰੇ ਕੋਲ ਡਿਗਰੀ ਕਿਹੜੀ ਆ? ਜੇ ਉਵੇਂ ਸਲਾਹਾਂ ਦੇਵੇ, ਉਵੇਂ ਸਲਾਹਾਂ ਦੇਣ ਵਾਲਾ ਸਾਧ ਸੰਗਤ ਜੀ ਗਲਤ ਆ। ਡਿਗਰੀ ਵਾਲਾ ਗੱਲ, ਹਾਂ ਕੋਈ ਆਖੇ ਵੀ ਮੈਂ ਤਾਂ 7-8 ਸਾਲ ਭੰਨੇ ਆ ਭਾਈ, 10 ਘੰਟੇ ਮੈਂ ਬੈਠਾ ਰਹਿੰਦਾ ਰਿਹਾ, ਚੌਂਕੜਾ ਮਾਰ ਕੇ ਜਪਦਾ ਰਿਹਾ, 10 ਸਾਲ ਹੋ ਗਏ ਤੇ ਨਹੀਂ ਕੋਈ ਪ੍ਰਾਪਤੀ ਹੋਈ, ਫਿਰ ਤਾਂ ਕੋਈ ਗੱਲ 'ਚ ਵਜਨ ਜਾਪੇ। ਪਰ ਇੱਥੇ ਤਾਂ ਮਹਾਰਾਜ 6 ਮਹੀਨੇ ਦਾ ਵੀ ਮੁੱਲ ਦਿੰਦੇ, 3 ਦਾ ਵੀ ਬਲ ਕੇ 40 ਦਿਨਾਂ ਦਾ ਦੇ ਦਿੰਦੇ ਆ। ਪਰ 40 ਦਿਨ ਵੀ ਕੋਈ ਬੈਠਾ ਨਾ ਹੋਵੇ ਤੇ ਤਰਕ ਕਰੇ ਬਾਬੇ ਦੀਪ ਸਿੰਘ ਉੱਤੇ, ਫੱਬਦੀ ਨਹੀਂ ਸਾਧ ਸੰਗਤ ਜੀ। ਇਹ ਗੱਲ ਬਣਦੀ ਨਹੀਂ।
इस करके ये मनना पवेगा पर जिहदे उत्ते कलगीधर पातशाह की कृपा प्रभ भावै बिन सास ते रखे गुरु साहब जी की बाणी है। आप यह कहांगे ना भी सिर लथ गया तो सवास नहीं होने फिर किवें, पर प्रभु नूं भावे तो बिना सवासा होने तो रख सकता हो। गुरु साहब कहते हैं बाणी का प्रमाण अपने कोलों नहीं दलील। इस करके मनना पवेगा भी जिस योधे का जन्मदिन आ सीस लथे तो लड़िया, वो लड़िया साध संगत जी बाबा दीप सिंह ते अज भी स्थान बनया, अज मनोकामना पूरियां होंदियां उत्थे सिखां दियां। इसे करके कोई किसी के मन च है भावना कोई नाम बहुत भारी कला परताउंदा ते नाम नूं जपदा कौन आ? सतगुरु जी ने कृपा की है। सो साचा साहिब गुरमुख जप है, गुरमुख जपदे साध संगत जी उस मालिक नूं, उस सच्चे साहिब नूं पूरे गुर का शब्द सनापा, पूरे गुरु के शब्द की कमाई की परमात्मा की उस सच्चे साहिब की पछाण आती है। जे कोई घालना घाल ले, पछाण करे करनी है तो फिर नाम जपे, शब्द का आसरा लवे, फिर परमात्मा नाल पछाण होंदी है जी। जिन पिया से तृप्ता से, जिहड़े साध संगत इस नाम रस नूं पीण वाले ना रज्जे ओहो ने। जिन्होंने भुख लगी है प्रशादा वो आप छके तो फिर साध संगत जी वो रजेगा ना। जिन्हें नाम आप जपिया वो रज गया। संसार के पदार्थों वालों महाराज ने तृप्ति करवा दी है। जिन पिया सही तृप्तासे, तृप्ति होगी उन्होंने मन की। संसार के सारे पदार्थों वालों मन उनका रजिया रहता है जिन्होंने नाम रस पीता है जी। सच्चे सच अगावणिया, वो सच्चे नूं जप के सच विच भेद होके अगावण उनका रजना। तृप्तासे ते रजे एक ही गल है। जिन्होंने नाम जपिया नाम रस पीता साध संगत जी उन्होंने संसार के पदार्थों वालों मन तृप्त होया ते परलोक दियां स्वर्ग दियां जिहड़ियां चार मुक्तियां इथों तक भी स्वर्ग के सारे पदार्थों वालों भी रजे रहिंदे आ। स्वर्ग के भी लोक के पदार्थों वालों ही नहीं, नाम जपण वाला लोक के पदार्थों की भी साध संगत जी भुख मेट लैंदा ते परलोक दियां दी भी। स्वर्ग दियां चार मुक्तियां लोग कहते हैं सलोक समीप स्वरूप ते सजुज। विद्वान कहते चार मुक्तियां स्वर्ग दियां, पर नाम जपण वाला साध संगत जी इन्हां दी भी परवाह नहीं करता। कोई नहीं चाहता राज ना चाहो मुक्त ना चाहो मन प्रीत चरण कमलारे। वो कहता मैनू इधरों भी मन रज गया, मैनू स्वर्ग वालियां विचारे मुक्तियां नहीं चाहिए। जिवें भाई तिलकू ने गढ़ शंकर वाले ने साध संगत जी कीता सी, उन्हें आखा मैनू पंजवें पातशाह जी की कृपा चाहिए है, मैनू तेरी दित्ती ये मुक्ति नहीं चाहिए, तू अपनी मुक्ति रख अपने कोल। स्वर्ग की मुक्ति देता सी ना बेशक, भाई तिलकू ने आखा नहीं चाहिए तेरी दित्ती, मैनू पंजवें पातशाह जिथे रखण मेरे लिए वही सचखंड आ, मेरे सिर ते गुरु का हथ है, इस करके तेरी दी मुक्ति की भी मैनू हुण कोई परवाह नहीं। क्योंकि मेरा मन जे लोक के पदार्थों वालों रजा तो परलोक के पदार्थों वालों भी रज गया, स्वर्ग के सुख वालों भी रज गया। क्या स्वर्ग क्या नरक बेचारा संतन दूर आदे, हम काहू की कामना करते अपने गुर प्रसादे। कहते की है बेचारा स्वर्ग ते नरक की है, मैं तो अपने गुरु की कृपा चाहना, मैनू इन्हां दोवां की कोई परवाह नहीं। लोक परलोक दोवां के पदार्थों वालों मन गुरमुखां दा रजिया रहिंदा है जी। जिस घर सहजा सोई सुहेला, सहजा कहते साध संगत जी ज्ञान नूं, जिस दे हिरदे विच ज्ञान है ना तिस घर सहजा सोई सुहेला। सुहेला हुंदा सुखी, जिस दे हिरदे विच महाराज ने ज्ञान की दात रख दी, ज्ञान बख्श दिता साध संगत जी, वो सुखी है, बिल्कुल सुखी। क्योंकि दुख अज्ञान करके ही आ, संसार सारा दुखी इसे करके भी अज्ञान में फसिया। जिन्होंने ज्ञान हो गया वो दुखी नहीं। ज्ञानवाना ने आख्या नानक भगतां सदा विगास, ज्ञानवाना के वचन ने बेगाम पूरा शहर को नाओ, दुख दो नहीं तेह ठाओ। कोई दुख ही नहीं उत्थे हैगा, उत्थे सिर्फ आनंद है, क्योंकि उत्थे ज्ञान आ गया। ज्ञानवान की अवस्था हो रहा, अज्ञान वाले की साध संगत जी हो रहा। अज्ञानी दुखी है, ज्ञानी नहीं दुखी होंदा। ज्ञानी का अर्थ ब्रह्म ज्ञानी, जिन्होंने महाराज ने ब्रह्म का ज्ञान बख्श दिता वो सदा सुखी हैं जी। आनंद विनोद करे सद केला, कहते ने वो आनंद सहत कौतुकां नूं करन वाले दे नाल फिर खुशियां माणदा। केला हुंदा खुशी, आनंद विनोद, विनोद ते कौतुक। आनंद वाले कौतुकां नूं करन वाला जिहड़ा परमात्मा है ਉਹਦੇ ਨਾਲ मिल के फिर ਜਿਹੜਾ ਗਿਆਨਵਾਨ है सदा ही खुशियां करता है जी। सो तनवंता सो वड साह, ਉਹ ਗੁਰਮੁਖ ਹੀ ਗਿਆਨਵਾਨ ਜਿਹੜਾ ਸਾਧ ਸੰਗਤ ਜਿਹੜਾ ਬ੍ਰਹਮ ਗਿਆਨੀ ਹੈ ਉਹ ਧਨਵਾਨ ਹੈ ਤੇ ਵੱਡਾ ਸ਼ਾਹੂਕਾਰ ਵੀ ਉਹ ਹੀ ਹੈ। ਆਪਾਂ ਧਨਵਾਨ ਸਾਧ ਸੰਗਤ ਜੀ ਉਹਨੂੰ ਕਹਿੰਦੇ ਜਿਸ ਕੋਲ ਦੁਨਿਆਵੀ ਤੌਰ ਤੇ ਚਾਰ ਸੁੱਖ ਚੰਗੇ ਹੋਣਗੇ, ਵਾਹਵਾ ਪੈਸੇ ਹੋਣ, ਆਪਾਂ ਕਹਿੰਦੇ ਧਨਵਾਨ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਧਨਵਾਨ ਉਹ ਹੈ ਜਿਸ ਕੋਲ ਪ੍ਰਮਾਤਮਾ ਦਾ ਨਾਮ ਹੈ। ਵੱਡਾ ਸ਼ਾਹੂਕਾਰ ਉਹ ਹੈ ਜਿਸ ਕੋਲ ਪ੍ਰਮਾਤਮਾ ਦੀ ਯਾਦ ਹੈ। उवें साध संगत जी संसारी अख नाल वेखांगे तो फिर बहुते पैसे वाला, बहुते पदार्थों वाला ही धनवान दसेगा।
पर महाराज के बचनों कहते ने जिनका पल्ले धन वसै तिनका नाव फकीर, जिनका हृदय तू वस है ते नर गुणी गहीर। कहते गुणा के खजाने ते वो ने जिन्हां दे कोल तू है, जिन्हां दे कोल तू नहीं कल्ला धन है। गुरु साहब कहते वो फकीर है, धनवान नहीं है। वो पंजवें पातशाही के बचन वेखो, सतगुरां ने पौड़ी उचारियो, कहते ने बस्ता टुटी झुंपड़ी चीर सब छिन्ना, जात ना पत ना आदरो उद्यान पर मिन्ना, मित्र न एठ धन रूपहीन के साख न सिन्ना, राजा सगली सृष्टि का हर नाम मन पिन्ना, तिसकी धूड़ मन उधरे प्रभ होए सो प्रसन्न। उस सिख के प्रथाए उचारिया जिहदी झौंपड़ी टुटी सी, भाई हिमा साध संगत जी उन्होंने लिखा इतिहासकारां ने। टुटी महाराज कहते ने टुटी झौंपड़ी च रहिंदा होवे, बसता टुटी झौंपड़ी चीर सब छिन्ना, चीर कपड़े कहते कि कपड़े भी पाटे होण, भावें उहदे पुराने बस्तर पाए होण वो भी पाटे होण, जिस झौंपड़ी च रहिंदा वो भी मींह पैण तो चोण लग पैंदी होवे, टुटी होवे। जात ना पत ना आदरो, ना कोई जात पत ना आदर ही करते होण लोग, भई ये गरीब है। उद्यान पर महीना चंगे भले वास्ते संसार च भी आऊं तुरिया फिरे जिवें जंगल च कोई बात पुछण वाला ना होवे। मित्र ना एक तो रूपहीन, कोई मित्र ना होवे, कोई प्यारा ना होवे, कोई उहदा स्वरूप भी चंगा ना होवे, कोई गुण भी ना होवे बाहरला। किस साख ना सिन्ना, साख अंग साख भी उहदी बाह ना फड़दे होण, मूंह फेर गए होण। पर सतगुरां ने आख्या राजा सगली सृष्टि का हर नाम मन पिन्ना, जे ओहदा नाम विच मन भिजा ते ओह गरीब नहीं जे। मता देखे ओहदी झौंपड़ी टुटी आ जां ओहदे बस्तर पाटे ने। सतगुरां ने आख्या राजा जे राजा सगली सृष्टि दा। क्यों राजा क्यों है? क्योंकि ओहदी रसना ते रब वस गया, ते जिस दी रसना ते रब ने वासा कीता साध संगत जी, प्रभ जी बसे साध की रसना। जिस दी रसना ते वस गया वो ते किसे वास्ते वचन करदे ते ओहदी गरीबी कट देवे, ओहनूं मुक्ति दे देवे, ओहनूं साध संगत जी ब्रह्मानंद बख्श देवे। वो आप किवें गरीब आ? जिस दी रसना च इन्ना बार आ भी वो किसी की अरदास कर देवे तो उत्ते किरपा वरत सकदी, वो किवें गरीब आ? ठीक है, तुसीं वेखोगे ते लगेगा गरीब आ जिहदी झौंपड़ी टुटी आ, मींह पैण तो चौंदी आ, पैरीं जोड़ा नहीं, कपड़े पाटे, रिश्ते नातेदार भी इहनूं कोल नहीं बिठाउंदे। लोग उस अख नाल वेखणगे ते गरीब है, पर महाराज कहंदे ने गुरु दी अख नाल वेखो, जे ओहदा नाम विच मन भिजा वो गरीब नहीं, जो राजा जी सारी सृष्टि दा। राजा सगली सृष्टि का हर नाम मन पिन्ना, तिसकी धूड़ मन उधर है प्रभ होए सो प्रसन्न। कहंदे उत्ते प्रभु प्रसन्न है, ओहदी ते चरण धूड़ लैके उधार हो सकदा, ओहदी ते चरण धूड़ मथे ते लगे ते कल्याण हो जाएगी। वो किवें गरीब है? गरीब नहीं, नाम जपण वाला ही साध संगत जी असली धनवान है। हाँ, किसी को दुनिया के सुख भी होने उन्होंने रब भी चेते हुए, फिर वो सोने ते सुहागा। ये वक्री गल है भी महाराज ने उन्होंने सुख भी दिते होण, माया भी दिती होवे, पर उन्होंने रब चेते आउंदा होवे, फिर साध संगत जी ज्यादा वधिया गल है। पर जे तने माया नहीं भी दिती तो परमात्मा की याद नितनेम दे दिता किसी सिख नूं, तेनूं गरीब नहीं जानना। गुरु साहब कहते हो गरीब नहीं जे, वो धनवान है, वो साहूकार है, रब नूं चेते करदा। पर जे साध संगत जी किसी नूं पदार्थ मिले आ, रब नूं चेते ना करे, तो मैं उदण प्रमाण दिता सी भाई सारा कुछ ਉਹਦੇ सारी दुनिया ਦੇ ਉਹਦੇ ਕੋਲ सुख होण ना, सारी दुनिया ਦੇ सुंदर सेज अनेक सुख रस भोगण पूरे। महाराज ने आख्या जे रब नहीं चेते ना, रब नहीं सो प्रभ चेतना आवे विष्टा के कीड़े। रब नहीं चेते आउंदा, जिन्नी मर्जी माया कोल होवे, जिन्ने मर्जी सुख ते पदार्थ होण, हाँ किसी कोले माया भी होवे ते परमात्मा भी उहनूं चेते आउंदा होवे, फिर वो साध संगत जी गुरमुखिया माया च रहिंदियां गुरमुखिया। क्यों? गुरु साहब के बचनों कहते हैं गुरमुख सब पवित्र है, धन संपै माया, हर अर्थ जो खर्च दे देंदे सुख पाया। गुरमुख कोल जिन्नी मर्जी माया मारे कहते पवित्र आ। क्यों? क्योंकि हरी अर्थ खर्चदा रहिंदा परोपकार वास्ते, किसी नूं दे के सुख मिलता, किसी लोड़वंद की सहायता करके उन्होंने उहदे मन नूं आनंद आउंदा, उहदे मन की तृप्ति हुंदी है। गुरमुख सब पवित्र है, उहदे कोल सारा कुछ पवित्र ही है। धन संपै माया, माया तीन प्रकार की हुंदी है, चेतन जड़ ते अज्ञान। जिन्ना उहदे कोले धन है, जिन्नी प्रकार की उहदे कोले माया, संपै हुंदी संपत्ति, जिन्नी उहदे कोल चल जायदाद संपत्ति है, सब कुछ पवित्र ही है। क्योंकि गुरमुख है ना, तो चंगे काम लिए भी लाउंदा रहिंदा। फिर जे रब चेते है तो माया विच चेते है तां भी साध संगत जी वो धनवान है, ते जे रब चेते है नहीं माया तां भी धनवान ही है। सो धनवंता सो वड साहा। गुरु साहब ने आख्या धनवान ही ओहो जे, वड्डा साहूकार ही ओहो है। जो गुर चरनी मन लावणिया, निशानी दस दी अगे भी कौन है धनवान ते शाहूकार, जो गुर चरनी मन लावणिया, जिसका मन गुरु चरणों च लगा रहिंदा, जिन्होंने गुरु साहब जी के चरण प्यारे लगते हैं, जिन्होंने महाराज का साध संगत जी प्रकाश होया देख के मन में खुशी हुंदी होवे, आनंद आउंदा होवे, संगत च आण के घड़ी दो घड़ियां मन टेकदा होवे, जिन्होंने नितनेम करन लगिया
ਕੁਝ ਸੁੱਖ ਮਿਲਦਾ ਹੋਵੇ, ਘੱਟੋ ਘੱਟ ਕਰਨ ਲੱਗਿਆ ਨਾ ਮਿਲਦਾ ਹੋਵੇ ਤੇ ਕਰਦੇ ਦਾ ਜ਼ਿਕਰ ਸੁਣ ਕੇ ਤਾਂ ਆਨੰਦ ਆਵੇ। ਮੰਨ ਲਓ ਮੈਂ ਨਹੀਂ ਨਿਤਨੇਮ ਕਰਦਾ, ਪਰ ਇਦਾਂ ਦੀ ਬਿਰਤੀ ਹੋਵੇ ਵੀ ਕਿਸੇ ਨਿਤਨੇਮ ਵਾਲੇ ਦੀ ਗੱਲ ਚੱਲੇ ਤੇ ਮਨ ਆਖੇ ਵੀ ਹਾਂ ਤੂੰ ਤਾਂ ਨਹੀਂ ਮਨਾ ਕਰਦਾ ਪਰ ਉਹ ਕਰਦਾ ਚੰਗਾ ਆ। ਇਹ ਨਾ ਮੈਂ ਪ੍ਰਮਾਣ ਦੇਣ ਆਪਾਂ ਵੀ ਜੇ ਮੈਂ ਨਹੀਂ ਕਰਦਾ ਤੇ ਦੱਸੋ ਮੇਰਾ ਕੀ ਘੱਟ ਆ। ਐਵੇਂ ਵਾਧੂ ਵਹਿਮ, ਕਿਸੇ ਦੀ ਵਹਿਮ ਹੈ ਨਿਤਨੇਮ ਕਰਨਾ, ਕਿਸੇ ਦੀ ਗੁਰੂ ਦੀ ਬਖਸ਼ਿਸ਼ ਆ। ਕਿਸੇ ਵਾਸਤੇ ਸੰਗਤ ਵਿੱਚ ਆਉਣਾ ਵਿਹਲਿਆਂ ਦਾ ਕੰਮ ਹੈ, ਕਿਸੇ ਵਾਸਤੇ ਸੰਗਤ ਚ ਆਉਣਾ ਸਾਧ ਸੰਗਤ ਜੀ ਅਸਲ ਵਿੱਚ ਜੀਵਨ ਦੀ ਸਫਲਤਾ ਦਾ ਰਾਜ ਹੈ। ਵੱਖਰੀ ਵੱਖਰੀ ਬਿਰਤੀ ਸਾਰਿਆਂ ਦੀ। ਜਿਨ੍ਹਾਂ ਦਾ ਮਨ ਗੁਰੂ ਚਰਨਾਂ 'ਚ ਲੱਗਾ ਉਹ ਧਨਵਾਨ ਹਨ, ਉਹ ਵੱਡੇ ਸਾਹਿਬਕਾਰ ਹਨ ਜੀ। ਪਹਿਲੋਂ ਦੇਤੈ ਰਿਜਕ ਸਮਾਹਾ, ਉਹ ਅਕਾਲ ਪੁਰਖ ਵਾਹਿਗੁਰੂ ਰਿਜਕ ਸਾਧ ਸੰਗਤ ਜੀ ਪਹਿਲਾਂ ਪੈਦਾ ਕਰਦਾ ਹੈ। ਪਿੱਛੋਂ ਦੇਤੈ ਜੰਤੋ ਪਾਹਾ, ਜੀਵ ਨੂੰ ਜਨਮ ਸਾਧ ਸੰਗਤ ਜੀ ਬਾਅਦ 'ਚ ਦਿੰਦਾ। ਪ੍ਰਮਾਤਮਾ ਰਿਜਕ ਪਹਿਲਾਂ ਪੈਦਾ ਕਰਦਾ, ਇਹ ਬਹੁਤ ਵੱਡਾ ਗੁਣ ਹੈ ਉਹਦਾ। ਪਹਿਲੋਂ ਦੇਤਾ ਰਿਜਕ ਸਮਾਹਾ, ਰਿਜਕ ਉਹਦੇ ਲਈ ਖਾਣ ਲਈ ਪਹਿਲਾਂ ਬੱਚੇ ਦੇ ਜਨਮ ਤੋਂ ਪਹਿਲਾਂ ਮਾਤਾ ਦੇ ਸਰੀਰ 'ਚ ਸਾਧ ਸੰਗਤ ਜੀ ਉਹ ਦੁੱਧ ਦਾ ਪ੍ਰਬੰਧ ਕਰਦਾ। ਜਨਮ ਲੈਣਾ ਤੇ ਉਹਦੇ ਤੋਂ ਪਹਿਲਾਂ ਉਹਦੇ ਰਿਜਕ ਦਾ ਪ੍ਰਬੰਧ ਕੀਤਾ, ਕਿਉਂਕਿ ਉਦੋਂ ਉਹ ਦੁੱਧ ਤੋਂ ਬਿਨਾਂ ਹੋਰ ਕੁਝ ਖਾ ਨਹੀਂ ਸਕਦਾ। ਵਿਦਵਾਨਾਂ ਲਿਖਿਆ ਉਹ ਕਹਿੰਦੇ ਨੇ ਜਦ ਦਾੰਤ ਨਹੀਂ ਤਬ ਦੂਧ ਦਿਓ, ਅਬ ਦਾੰਤ ਦੀਏ ਕਿ ਅੰਨ ਨਾ ਦਾ ਹੈ। ਜਦੋਂ ਦੰਦ ਨਹੀਂ ਸੀ, ਕੁਝ ਨਹੀਂ ਸੀ ਚੱਬ ਸਕਦਾ ਤੇ ਤੈਨੂੰ ਦੁੱਧ ਦਿੱਤਾ ਕਿ ਰੱਬ ਨੇ ਪ੍ਰਬੰਧ ਕੀਤਾ ਨਾ। ਤੇ ਜੇ ਹੁਣ ਉਹਨੇ ਤੈਨੂੰ ਦੰਦ ਦੇ ਦਿੱਤੇ ਤੇ ਅਨਾਜ ਦਾ ਵੀ ਪ੍ਰਬੰਧ ਕਰੇਗਾ, ਫਿਕਰ ਨਾ ਕਰ। ਉਹਨੇ ਸਾਰੇ ਜੀਵਾਂ ਦੇ ਸਾਧ ਸੰਗਤ ਦੀ ਰਿਜਕ ਦਾ ਪ੍ਰਬੰਧ ਜਨਮ ਤੋਂ ਪਹਿਲਾਂ ਕੀਤਾ। ਰਿਜਕ ਪਹਿਲਾਂ ਤੇ ਜਨਮ ਬਾਅਦ 'ਚ। ਪਹਿਲੋਂ ਦੇ ਤਾਂ ਰਿਜਕ ਸਮਾਹ, ਰਿਜਕ ਪਹਿਲਾਂ ਆਪਰਦਾ ਕਰਦਾ। ਪਿੱਛੋਂ ਦੇ ਤਾਂ ਜਨਮ ਤੋਂ ਬਾਅਦ, ਜਨਮ ਬਾਅਦ ਵਿੱਚ ਹੈ, ਰਿਜਕ ਪਹਿਲਾਂ ਸਾਰਿਆਂ ਦਾ ਹੀ। ਕੱਲੀਆਂ ਆਪਾਂ ਕੱਲੀ ਸਾਧ ਸੰਗਤ ਦੀ ਜੇਲ੍ਹ ਦੀ ਖਾਣੀ ਨਹੀਂ, ਸਭ ਜੀਵਾਂ ਵੱਲੋਂ ਤੁਸੀਂ ਝਾਤੀ ਮਾਰ ਕੇ ਦੇਖੋ। ਭਗਤ ਧੰਨਾ ਜੀ ਨੇ ਆਖਿਆ ਕੁਮੀ ਜਲ ਮਾਹੇ ਤਾਂ ਤਿਸ ਬਾਹਰ ਪੰਖ ਕੀਰਤਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਾਜ ਰਹਿਤਾ ਤਾਜੋ ਮਾਰਗ ਨਾਹੀ, ਕਹੇ ਧੰਨਾ ਪੂਰਨਤਾ ਹੁਕਮ ਮਾਤਰੇ ਜੀ ਡਰਾਹੀ। ਉਹ ਕਹਿੰਦੇ ਉਹ ਝਾਤੀ ਮਾਰ ਧੰਨਿਆ ਮਾੜੀ ਜੀ, ਆਪਣੇ ਆਪ ਨੂੰ ਭਗਤ ਧੰਨਾ ਜੀ ਕਹਿ ਰਹੇ, ਆਪਣੇ ਆਪ ਨੂੰ ਕਹਿ ਤਾਂ ਸਾਨੂੰ ਗਏ ਅਸਲ ਵਿੱਚ। ਉਹ ਕਹਿੰਦੇ ਝਾਤੀ ਮਾਰ ਕੇ ਦੇਖ, ਜਿਹੜਾ ਉਹਨੇ ਪਾਖਣ ਕੀਟ ਗੁਪਤ ਹੋਏ ਰਹਿਤਾ, ਜਿਹੜਾ ਪੱਥਰ 'ਚ ਕੀੜਾ ਗੁਪਤ ਆਪਾਂ ਨੂੰ ਦਿਸਦਾ ਉਹਨੇ ਉਹਨੂੰ ਰੋਟੀ ਕੌਣ ਦਿੰਦਾ, ਕਿਵੇਂ ਜਿਉਂਦਾ ਉਹ, ਕੌਣ ਉਹਦੇ ਰਿਜਕ ਦਾ ਪ੍ਰਬੰਧ ਕਰਦਾ। ਤੂੰ ਕਹਿੰਦੇ ਕਿਉਂ ਚਿੰਤਾ ਕਰੀ ਜਾਂਦਾ, ਮਾਤਰੇ ਜੀ ਡਰਾਹੀ, ਤੂੰ ਵੀ ਨਾ ਡਰ, ਤੈਨੂੰ ਫਿਕਰ ਦੀ ਲੋੜ ਨਹੀਂ। ਉਹਨਾਂ ਕੁਛ ਕਛੂ ਕੁੰਮੀ ਦਾ ਪ੍ਰਮਾਣ ਦਿੱਤਾ। ਕੁੰਮੀ ਜਲ ਮਾਹੇ ਤਾਨ ਤੇ ਸਬਾ, ਤਾਨ ਆਂਡਿਆਂ ਨੂੰ ਆਖਿਆ, ਕਹਿੰਦੇ ਆਂਡੇ ਉਹਦੇ ਬਾਹਰ ਨੇ, ਉਹ ਆਪ ਅੰਦਰ ਆ ਪਾਣੀ 'ਚ, ਉੱਥੇ ਕੌਣ ਉਹਨੂੰ ਰਿਜਕ ਦਿੰਦਾ। ਫਿਰ ਕਹਿੰਦੇ ਨੇ ਜਲ ਮੈਂ ਜੰਤ ਉਪਾਇਨ ਤੇ ਨਾ ਭੇ ਰੋਜੀ ਦੇ, 42 ਲੱਖ ਜੋਨ ਪਾਣੀ ਵਿੱਚ ਪੈਦਾ ਕੀਤੀ, ਉਹਨੂੰ ਰੋਜੀ ਕੌਣ ਦਿੰਦਾ। ਗੁਰੂ ਸਾਹਿਬ ਨੇ ਆਖਿਆ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜਕ ਅੱਗੇ ਕਰ ਧਰਿਆ। ਸੈਲ ਕਹਿੰਦੇ ਖੁਸ਼ਕ ਪੱਥਰਾਂ 'ਤੇ ਜਿਹੜੇ ਕੀੜੇ ਪੈਦਾ ਕੀਤੇ ਉਹਨਾਂ ਦੇ ਅੱਗੇ ਵੀ ਰਿਜਕ ਪ੍ਰਮਾਤਮਾ ਨੇ ਰੱਖਿਆ ਜੇ, ਕੋਈ ਸ਼ੰਕੇ ਵਾਲੀ ਗੱਲ ਨਹੀਂ। ਰਿਜਕ ਉਹਨਾਂ ਨੂੰ ਵੀ ਪ੍ਰਮਾਤਮਾ ਨੇ ਦਿੱਤਾ। ਇਥੋਂ ਤੱਕ ਕਿਸੇ ਵਿਦਵਾਨ ਨੇ ਸਾਧ ਸੰਗਤ ਜੀ ਲਿਖ ਦਿੱਤਾ, ਉਹ ਕਹਿੰਦੇ ਆ, ਉਹ ਕਹਿੰਦਾ ਮੂਏ ਕੋ ਪ੍ਰਭ ਦੇਤ ਹੈ ਲੱਕੜੀ ਕਪੜਾ ਆਗ, ਜਿੰਦਾ ਨਾਲ ਚਿੰਤਾ ਕਰੇ ਤਾਂ ਕਿ ਮੰਦੇ ਭਾਗ। ਉਹ ਕਹਿੰਦੇ ਉਹ ਤੇ ਤੈਨੂੰ ਮਰੇ ਨੂੰ ਵੀ ਪ੍ਰਬੰਧ ਕਰ ਦੇਗਾ, ਤੇਰਾ ਨਹੀਂ ਵੀ ਕੋਈ ਵਾਕ ਜਿੱਥੇ ਉੱਥੇ ਵੀ ਮਰ ਜਾਵੇਗਾ, ਕੋਈ ਪਰਉਪਕਾਰੀ ਆਣ ਕੇ ਲੱਕੜਾਂ ਚਾਰ ਲੱਕੜਾਂ ਦਾ ਤੇ ਕੱਪੜੇ ਦਾ ਪ੍ਰਬੰਧ ਕਰ ਹੀ ਦੇਵੇਗਾ, ਬਿਲਕੁਲ ਕਰ ਦੇਗਾ। ਕਹਿੰਦੇ ਉਹ ਤਾਂ ਮੁਰਦੇ ਨੂੰ ਸਾਂਭਣ ਦਾ ਵੀ ਪ੍ਰਬੰਧ ਕਿਸੇ ਦੇ ਮਨ 'ਚ ਮਿਹਰ ਪਾ ਦਿੰਦਾ। ਲਓ ਜੀ ਇੱਥੇ ਚੜ੍ਹਾਈ ਕਰ ਗਿਆ, ਇਹਦਾ ਵਾਕਫ ਕੋਈ ਨਹੀਂ, ਚਲੋ ਕੋਈ ਪਰਉਪਕਾਰੀ ਆਇਆ, ਕਿਸੇ ਨੇ ਲੱਕੜਾਂ ਲਾਤੀਆਂ, ਕਿਸੇ ਨੇ ਕੱਪੜਾ ਲੈ ਦਿੱਤਾ, ਕਹਿੰਦੇ ਨੇ ਕੋਈ ਅੱਗ ਦੇ ਹੀ ਦਿੰਦਾ ਨਾ ਉਹਦੇ ਸਰੀਰ ਨੂੰ ਵੀ, ਤੂੰ ਜਿਉਂਦਾ ਹੀ ਫਿਕਰ ਕਰੀ ਜਾਂਦਾ। ਉਹ ਤਾਂ ਮਰੇ ਦੀ ਵੀ ਚਿੰਤਾ ਕਰਦਾ, ਫਿਰ ਚਿੰਤਾ ਕਿਸ ਗੱਲ ਦੀ ਹੈ, ਚਿੰਤਾ ਕੋਈ ਨਹੀਂ। ਕਹਿੰਦੇ ਉਹਨੇ ਰਿਜਕ ਦਾ ਸਾਰਿਆਂ ਦਾ ਪ੍ਰਬੰਧ ਕੀਤਾ ਹੋਇਆ। ਹਾਂ ਇਹ ਆਪਾਂ ਦੇਖਣਾ ਸਾਧ ਸੰਗਤ ਜੀ ਸਾਡੇ ਲਈ ਕਿਹੜਾ ਰਿਜਕ ਹੈ। ਵੱਖਰੀਆਂ ਵੱਖਰੀਆਂ ਜੋਨੀਆਂ ਵਾਸਤੇ ਵੱਖਰਾ ਵੱਖਰਾ ਰਿਜਕ ਉਹਨੇ ਬਣਾਇਆ। ਇੱਕ ਮਾਸ ਹਾਰੀ, ਇੱਕ ਤ੍ਰਿਣ ਖਾਹੇ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਕਿ ਕੋਈ ਮਾਸ ਖਾਣ ਵਾਲਾ, ਕੋਈ ਤ੍ਰਿਣ ਖਾਣ ਵਾਲਾ, ਕੋਈ ਮਿੱਟੀ ਖਾਣ ਵਾਲਾ, ਰਿਜਕ ਸਾਰਿਆਂ ਦਾ ਉਹਨੇ ਕੀਤਾ। ਬਸ ਹੈ ਕੋਟ 85, ਜਿਹੜਾ ਉਹ 50ਵਾਂ ਕੋਟ ਹੈ ਸਾਧ ਸੰਗਤ ਜੀ, ਜਿੱਥੇ ਸਿਰਫ ਕਹਿੰਦੇ ਸੱਪ ਹੀ ਰਹਿੰਦੇ ਤੇ ਖਾਂਦੇ ਵੀ ਸਿਰਫ ਮਿੱਟੀ ਆ, ਉੱਥੇ ਕੌਣ ਪਹੁੰਚਦੀ ਕਰਦਾ। ਧਰਤੀ ਦੀ ਮਿੱਟੀ ਦੀ ਨਹੀਂ, ਉੱਥੇ ਤਾਂ ਗੁਰਬਾਣੀ ਦਾ ਪ੍ਰਮਾਣ। ਰਿਜਕ ਦਾ ਪ੍ਰਬੰਧ ਸਾਰਾ ਪ੍ਰਮਾਤਮਾ ਨੇ ਕੀਤਾ। ਸੋ ਰਹੋ ਵਿਚਾਰ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪਹਿਲੋਂ ਦੇ ਤਾਂ ਰਿਜਕ ਸਮਾਹਾ, ਪਹਿਲਾਂ ਉਹ ਸਾਧ ਸੰਗਤ ਜੀ ਰਿਜਕ ਦਾ ਪ੍ਰਬੰਧ ਕਰਦਾ, ਪਿੱਛੋਂ ਦੇ ਤਾਂ ਜੰਤ ਉਪਾਹਾ, ਜੀਵ ਨੂੰ ਜਨਮ ਬਾਅਦ ਵਿੱਚ ਦਿੰਦਾ, ਉਹਦੇ ਖਾਣ ਦਾ ਪ੍ਰਬੰਧ ਪਹਿਲਾਂ ਪ੍ਰਮਾਤਮਾ ਕਰਦਾ ਹੈ ਜੀ। ਤੁਧ ਜੇ ਅਵਰ ਦਾਤਾ ਅਵਰ ਨਾ ਸੁਆਮੀ, ਲਵੇ ਨਾ ਕੋਈ ਲਾਵਣਿਆ। ਕਹਿੰਦੇ ਤੇਰੇ ਬਰਾਬਰ ਤਾਂ ਕੋਈ ਹੈ ਨਹੀਂ, ਤੂੰ ਐਡਾ ਦਾਤਾ। ਇੱਥੇ ਸਾਧ ਸੰਗਤ ਦੀ ਪੌੜੀ ਪੂਰੀ ਹੋਈ ਹੈ। ਆਪਾਂ ਗੁਰਮੁਖਾਂ ਨੂੰ ਉਡੀਕਣ ਵਾਸਤੇ 5 ਮਿੰਟ ਉੱਤੇ ਗਏ ਸਨ, ਉਹ ਆ ਗਏ ਆ ਗੁਰੂ ਪਿਆਰੇ। ਜਿਵੇਂ ਸਾਧ ਸੰਗਤ ਜੀ ਫਿਰ ਹੁਣ ਅੱਗੇ ਪ੍ਰਬੰਧਕ ਪ੍ਰੋਗਰਾਮ ਉਹਨਾਂ ਨੇ ਬਣਾਇਆ ਹੋਇਆ, ਉਸੇ ਤਰ੍ਹਾਂ ਗੁਰ ਇਤਿਹਾਸ ਆਪਾਂ ਨੂੰ ਸਰਵਣ ਕਰਵਾ ਕੇ
ਨਿਹਾਲ ਕਰਨਗੇ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਕੱਲ ਸ਼ਾਮਾਂ ਦੇ ਦੌਰਾਨਾਂ ਵਿੱਚ ਸਾਧ ਸੰਗਤ ਜੀ ਫਿਰ ਆਪਾਂ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਗੁਣ ਗਾਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕੁਝ ਯਕੀਨ ਭਰੋਸਾ ਗੁਰੂ ਕੀ ਬਾਣੀ ਉੱਤੇ ਸਾਧ ਸੰਗਤ ਜੀ ਆਪਣਾ ਵਜੇ, ਜਿਸ ਕਰਕੇ ਆਪਣਾ ਵੀ ਸੰਸਾਰ ਤੇ ਆਉਣਾ ਸਫਲਾ ਹੋਵੇ। ਜੀ ਦੇਖਿਆ ਕਿਤੇ ਨਾ ਛੁੱਟੀ ਰੱਖਿਆ ਕਰ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।